ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਆਪਾਂ ਜਿੱਥੇ ਅਪਡੇਟਸ ਦੀ ਗੱਲ ਕਰਦੇ ਹਾਂ ਤੇ ਨਾਲ ਦੀ ਨਾਲ ਪ੍ਰੋਫਾਈਲਸ ਵੀ ਡਿਸਕਸ ਕਰਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਜੋ ਹੈ ਰਿਲੇਟ ਕਰ ਸਕਣ ਆਪਣੀ ਪ੍ਰੋਫਾਈਲਸ ਦੇ ਨਾਲ ਵੀ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਉੱਪਰ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ। ਸੋ ਅੱਜ ਅਸੀਂ ਸਟੂਡੀਓ ਵਿੱਚ ਪ੍ਰੋਫਾਈਲਸ ਡਿਸਕਸ ਕਰਨ ਲਈ ਖਾਸ ਤੌਰ ਤੇ ਇਨਵਾਈਟ ਕੀਤੇ ਹੈ ਜੀ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ ਨੂੰ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਪਿਛਲੀ ਵਾਰੀ ਆਪਾਂ ਜਦੋਂ ਪ੍ਰੋਫਾਈਲਸ ਡਿਸਕਸ ਕੀਤੀਆਂ ਉਸ ਤੋਂ ਬਾਅਦ ਹੋਰ ਕਈ ਸਟੂਡੈਂਟਸ ਦੇ ਸਵਾਲ ਕਈ ਪ੍ਰੋਫਾਈਲ ਸਾਡੇ ਕੋਲ ਪਹੁੰਚੀਆਂ ਨੇ ਕਿ ਡਿਸਕਸ ਕੀਤਾ ਜਾਏ। ਉਸ ਤੋਂ ਪਹਿਲਾਂ ਕਿ ਮੈਂ ਡਿਸਕਸ ਕਰਾਂ ਮੈਂ ਥੋੜਾ ਜਿਹਾ ਆਸਟ੍ਰੇਲੀਆ ਬਾਰੇ ਥੋੜਾ ਜਿਹਾ ਅਪਡੇਟ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੂੰਗੀ ਕਿ ਹੁਣ ਕਿੰਨੀ ਕੁ ਟਾਈਮ ਜਿਵੇਂ ਚੱਲ ਰਿਹਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੋਇਆ ਕਿੰਨਾ ਕੁ ਰਸ਼ ਹੁਣ ਲੱਗ ਰਿਹਾ ਕਿ ਸਟੂਡੈਂਟਸ ਇੱਕਦਮ ਫਾਈਲਿੰਗ ਕਰ ਰਹੇ ਨੇ ਔਰ ਸਟੂਡੈਂਟਸ ਨੂੰ ਖਾਸ ਤੌਰ ਤੇ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੀ ਫਾਈਲ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਇੱਕੋ ਰਾਏ ਜਿਹੜੇ ਮੈਂ ਹਰ ਇੱਕ ਸਟੂਡੈਂਟ ਨੂੰ ਦੇਣਾ ਚਾਹਾਂਗਾ ਜੀ ਆਸਟ੍ਰੇਲੀਆ ਨੂੰ ਕੈਨੇਡਾ ਵਾਂਗੂ ਟਰੀਟ ਨਹੀਂ ਕਰਨਾ ਜੀ ਜੀ ਕਿਉਂਕਿ ਹਜੇ ਵੀ ਕਈ ਸਾਰੀ ਪ੍ਰੋਫਾਈਲਸ ਆਉਂਦੀਆਂ ਨੇ ਆਫਿਸ ਦੇ ਵਿੱਚ ਕਾਲ ਸੈਂਟਰ ਦੇ ਵਿੱਚ ਜਾਂ ਤੁਸੀਂ ਵੀ ਆਪਣੇ ਆਪ ਨੂੰ ਰਿਲੇਟ ਕਰੋਗੇ ਜੇ ਤੁਹਾਡਾ ਕੈਨੇਡਾ ਤੋਂ ਰਿਫਿਊਜ਼ ਹੈ 2019 ਪਾਸ ਆਊਟ ਹੋ 12th 2020 ਪਾਸ ਆਊਟ ਹੋ ਇਹ ਬੱਚਾ ਡੈਸਪਰੇਟਲੀ ਇੱਕ ਹਾਂ ਸੁਣਨ ਦੀ ਵੇਟ ਕਰਦਾ ਪਿਆ ਆਸਟ੍ਰੇਲੀਆ ਦੇ ਵਿੱਚ ਵੈਰਐਜ਼ ਆਸਟ੍ਰੇਲੀਆ ਟੋਟਲ GT ਤੇ ਕੰਮ ਕਰਦਾ 12ਵੀਂ 2021 ਤੋਂ ਬਾਅਦ ਹੀ ਤੁਹਾਡੇ ਉੱਥੇ ਜੁਲਾਈ ਇਨਟੇਕ 'ਚ ਐਡਮਿਸ਼ਨ ਦੇ ਜਾਂ ਵੀਜ਼ਾ ਦੇ ਚਾਂਸ ਬਣਨਗੇ। ਉਸ ਤੋਂ ਪਹਿਲਾਂ ਜੇ 19-20 ਪਾਸ ਆਊਟ ਹੋ ਜਾਂ 18 ਪਾਸ ਆਊਟ ਹੋ ਜੋ ਕੈਨੇਡਾ ਵਿੱਚ ਲੱਗ ਜਾਂਦਾ ਸੀਗਾ ਕੇਸ ਤੇ ਹਜੇ ਵੀ ਲੱਗ ਜਾਂਦਾ ਉਹਨਾਂ ਦੇ ਨਾਨ GT ਹੋਣ ਦੇ 100% ਚਾਂਸਸ ਨੇ। ਉਹ ਪ੍ਰੋਫਾਈਲਾਂ ਸਿਰਫ ਇੱਕ ਪੜਾਸ ਕੱਢਣ ਨੂੰ ਅਪਲਾਈ ਨਾ ਕਰਨ ਕਿਉਂਕਿ ਇੱਕ ਵਾਰ ਰਿਫਿਊਜ਼ ਕਰਾ ਚੁੱਕੇ ਹੋ ਦੂਜੀ ਵਾਰ ਜੇ ਰਿਫਿਊਜ਼ ਹੋ ਗਿਆ ਇਸ 'ਚ ਪੈਸਿਆਂ ਦਾ ਨੁਕਸਾਨ ਬੜਾ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਐਮਬੈਸੀ ਫੀਸਾਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਬਹੁਤ ਸਾਰੀ ਚੀਜ਼ਾਂ ਅਟੈਚ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਬੱਚੇ ਦਾ ਪੈਸਾ ਬੜਾ ਹੀ ਵੇਸਟ ਹੋਣ ਦੇ ਚਾਂਸਸ ਜ਼ਿਆਦਾ ਨੇ। ਤਾਂ ਆਸਟ੍ਰੇਲੀਆ ਵਿੱਚ ਬੜਾ ਸਿੰਪਲ ਪ੍ਰੋਟੋਕਾਲ ਰੱਖੋ 2021 12ਵੀਂ ਪਾਸ ਆਊਟ ਹੋ 65% ਨੰਬਰ ਅਕੈਡਮਿਕ 4 ਚ ਪਾਉਂਦੇ ਨੇ ਆਲਸ ਓਵਰਆਲ 6 5.5 ਦੀ ਕੋਈ ਸਮੱਸਿਆ ਨਹੀਂ 1 ਚ ਹੋਣ ਜਾਂ 2 ਚ ਹੋਣ ਕੋਈ ਟੈਨਸ਼ਨ ਨਹੀਂ ਤਾਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੈਚਲਰ ਪਾਸ ਆਊਟ ਹੋ 8-10 ਸਾਲ ਦਾ ਗੈਪ ਹੈ ਕੋਈ ਸਮੱਸਿਆ ਨਹੀਂ ਆਸਟ੍ਰੇਲੀਆ ਵਾਸਤੇ ਬੇਝਿਜਕ ਹੋ ਕੇ ਅਪਲਾਈ ਕਰੋ। ਜਿਹੜੇ 2018 19 ਜਾਂ 20 ਪਾਸ ਆਊਟ ਹੈ ਸਪੈਸ਼ਲੀ 19-20 ਵਾਲੇ ਬੱਚਿਆਂ ਵਾਸਤੇ ਉਹਨਾਂ ਲਈ UK ਇੱਕ ਆਈਡਲ ਆਪਸ਼ਨ ਅੱਜ ਦੀ ਡੇਟ ਦੇ ਵਿੱਚ UK ਆਪਣੀ ਬੈਚਲਰ ਡਿਗਰੀ ਕਰਨ। ਦੇਖੋ ਬੜਾ ਜ਼ਰੂਰੀ ਹੁੰਦਾ ਜਦ ਵੀ ਤੁਸੀਂ ਆਪਣਾ ਬਾਹਰ ਜਾਣ ਦਾ ਸਿਲਸਿਲਾ ਸ਼ੁਰੂ ਕਰਦੇ ਹੋ ਆਜ ਤੋਂ ਲੈ ਕੇ ਵੀਜ਼ਾ ਤੱਕ ਦਾ ਇੱਕੋ ਚੀਜ਼ ਤੁਹਾਨੂੰ ਚਾਹੀਦੀ ਹੈ ਵੀਜ਼ਾ ਲੈਂਡਿੰਗ ਪਰਮਿਸ਼ਨ ਉਹਨਾਂ ਦੀ ਦੇਸ਼ ਦੇ ਵਿੱਚ ਤਾਂ ਤੁਸੀਂ ਆਪਣੀ ਨਵੀਂ ਜ਼ਿੰਦਗੀ ਦੀ ਪਲਾਨਿੰਗ ਤੇ ਸ਼ੁਰੂਆਤ ਕਰ ਸਕੋ ਤੇ ਜਿੰਨਾ ਲੌਜਿਕ ਦੇ ਨਾਲ ਲੈ ਕੇ ਉਹ ਡਿਸੀਜਨ ਲਓਗੇ ਨਾ ਵੀ ਕਿਹੜੀ ਰਿਕੁਆਇਰਮੈਂਟ ਕਿਹੜੇ ਦੇਸ਼ ਦੀ ਪੂਰੀ ਕਰਦੇ ਪਏ ਹੋ ਉੱਥੇ ਅਪਲਾਈ ਕਰੋ ਪੈਸਾ ਤਾਂ ਖਰਾ ਹੋ ਕੇ ਨਿਕਲੇ। ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਤੇ ਕੁਝ ਆਸਟ੍ਰੇਲੀਆ ਨਾਲ ਰਿਲੇਟਡ ਹੀ ਇੱਕ ਪ੍ਰੋਫਾਈਲ ਮੈਂ ਡਿਸਕਸ ਕਰਨਾ ਚਾਹੂੰਗੀ। ਇਹਨਾਂ ਦਾ 2 ਵਾਰੀ ਰਿਫਿਊਜ਼ਲ ਜੋ ਹੈ ਡਿਪੈਂਡੈਂਟ ਵੀਜ਼ਾ ਤੇ ਆ ਚੁੱਕਿਆ। ਇਹਨਾਂ ਦੀ ਵਾਈਫ ਜੋ ਹੈ ਮੇਨ ਐਪਲੀਕੈਂਟ ਸੀ ਉਹਨਾਂ ਦਾ ਵੀਜ਼ਾ ਆ ਗਿਆ ਲੇਕਿਨ ਇਹਨਾਂ ਦਾ ਇੱਕ ਵਾਰੀ ਜਨਵਰੀ 2021 ਵਿੱਚ ਰਿਫਿਊਜ਼ਲ ਆਈ ਦੀ ਉਸ ਤੋਂ ਬਾਅਦ ਅਪ੍ਰੈਲ 2021 ਵਿੱਚ ਰਿਫਿਊਜ਼ਲ ਆਈ ਹੈ ਡਿਪੈਂਡੈਂਟ ਐਪਲੀਕੇਸ਼ਨ ਜੀ। ਤੇ ਹੁਣੇ ਪੁੱਛ ਰਹੇ ਨੇ ਕਿ ਕੀ ਮੈਂ ਥਰਡ ਟਾਈਮ ਅਪਲਾਈ ਕਰ ਸਕਦਾ ਤੇ ਕੀ ਚਾਂਸਸ ਲੱਗ ਰਹੇ ਨੇ ਮੇਰੇ ਵੀਜ਼ਾ ਦੇ। ਓਕੇ ਸਭ ਤੋਂ ਪਹਿਲਾਂ ਤਾਂ ਉਹ ਟਾਈਮ ਸੀਗਾ ਜਦ ਇੱਥੋਂ ਫਲਾਈਟਾਂ ਨਹੀਂ ਚੱਲਦੀਆਂ ਪਈਆਂ ਸੀਗੀਆਂ ਕਿਉਂਕਿ ਉਸ ਟਾਈਮ ਤੇ ਕਾਫੀ ਲਾਸਟ ਈਅਰ ਬੇਸਿਕਲੀ ਮੇਨ ਐਪਲੀਕੈਂਟ ਦਾ ਵੀਜ਼ਾ ਆ ਗਿਆ ਸੀ ਤੇ ਡਿਪੈਂਡੈਂਟ ਦਾ ਰਿਫਿਊਜ਼ ਹੋ ਜਾਂਦਾ ਸੀਗਾ। ਉਦੋਂ ਪੂਰੀ ਦੀ ਪੂਰੀ ਏਜੰਟ ਮਾਰਕੀਟ ਸ਼ੌਕ 'ਚ ਸੀਗੀ ਕਿਉਂਕਿ ਆਸਟ੍ਰੇਲੀਆ ਨੇ ਪਹਿਲੀ ਵਾਰ ਇਹ ਜਿਹੀ ਚੀਜ਼ ਕੀਤੀ ਸੀ ਇੱਕ ਬੰਦੇ ਨੂੰ ਵੀਜ਼ਾ ਦੇ ਦਿੱਤਾ ਦੂਜੇ ਬੰਦੇ ਨੂੰ ਮਨਾ ਕਰਤਾ ਕਿਉਂਕਿ ਆਸਟ੍ਰੇਲੀਆ ਹਮੇਸ਼ਾ ਤੋਂ ਹੀ ਜਾਂ ਦੋਨਾਂ ਨੂੰ ਦਿੰਦਾ ਜਾਂ ਦੋਨਾਂ ਨੂੰ ਰਿਜੈਕਟ ਕਰਦਾ ਇਹ ਪਹਿਲੀ ਵਾਰ ਹੋਇਆ ਸੀਗਾ। ਵੈਲ ਭਾਈ ਸਾਹਿਬ ਤੁਹਾਡੇ ਵਾਸਤੇ ਬੜੀ ਸਿੰਪਲ ਜੀ ਸਲਾਹ ਹੈ ਜੇ ਤੁਹਾਡਾ ਪਹਿਲੀ ਵਾਰ ਰਿਫਿਊਜ਼ ਹੋਇਆ ਆਈ ਐਮ ਅਸਿਊਮਿੰਗ ਉਦੋਂ AL1 ਯੂਨੀਵਰਸਿਟੀ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਪੂਰੇ ਕਾਗਜ਼ ਨਹੀਂ ਜਮ੍ਹਾਂ ਕਰਾਏ ਹੋਣਗੇ ਤੁਹਾਡੇ ਆਪਣੇ GT ਦੇ ਜੀ ਦੂਜੀ ਵਾਰ ਵੀ ਉਸੇ ਸੋਚ 'ਚ ਚਲੇ ਗਏ ਹੋਣਗੇ ਵੀ ਚਲੋ ਇੱਕ ਵਾਰ ਰਿਫਿਊਜ਼ ਹੋ ਗਿਆ ਦੁਬਾਰਾ ਚੈਲੰਜ ਕਰ ਦਿੰਦੇ ਆ ਤੀਜੀ ਵਾਰ ਜੇ ਅਪਲਾਈ ਕਰਨਾ ਹੈ ਬੜੀ ਸਟੇਟ ਔਨ ਸਲਾਹ ਆਪਣੇ ਤੁਹਾਡੇ ਵਾਈਫ ਦਾ ਵੀਜ਼ਾ ਲਾਸਟ ਈਅਰ ਲੱਗਿਆ ਉਹ ਇੱਥੇ ਪੜ੍ਹੇ ਹੈ ਕਿ ਨਹੀਂ ਪੜ੍ਹੇ ਹੈ ਜੇ ਆਨਲਾਈਨ ਪੜ੍ਹੇ ਹੈ ਉਹਨਾਂ ਦਾ ਸਬਜੈਕਟ ਦਾ ਰਿਜ਼ਲਟ ਨਾਲ ਲਾਓ ਆਪਣੇ ਡਾਕੂਮੈਂਟੇਸ਼ਨ ਇੰਨੇ ਕੁ ਮਜ਼ਬੂਤ ਰੱਖੋ ਕਿਉਂਕਿ ਤੁਸੀਂ ਸਟੂਡੈਂਟ ਨਹੀਂ ਹੈਗੇ ਹੋ ਅੰਡਰਸਟੈਂਡ ਕਰੋ AL1 AL2 ਤੁਹਾਡੇ ਤੇ ਲਾਗੂ ਨਹੀਂ ਹੁੰਦਾ ਤੁਹਾਡੇ ਤਾਂ ਬਾਏ ਫਾਰ GT ਦੇ ਓਵਰਆਲ ਪ੍ਰੋਟੋਕਾਲ ਲਾਗੂ ਹੋਣੇ ਆ ਉਹਨਾਂ ਨੂੰ ਇੰਨਾ ਕਨਵਿੰਸ ਕਰੋ ਕਾਗਜ਼ਾਂ ਦੇ ਵਿੱਚ ਤੁਹਾਡਾ ਕਾਰੋਬਾਰ ਕੀ ਹੈ ਉਹਦੇ ਸਬੂਤ ਦਿਓ ਤੁਹਾਡੇ ਕੋਲ ਵਾਪਸ ਆਉਣ ਦੇ ਕਿਹੜੇ ਕਿਹੜੇ ਕਾਰਨ ਨੇ ਉਹ ਸਾਰੀ ਚੀਜ਼ਾਂ ਐਕਸਪਲੇਨ ਕਰੋ ਤਾਂ ਵੀਜ਼ਾ 100% ਲੱਗੇਗਾ। ਦੇਖੋ ਆਸਟ੍ਰੇਲੀਆ ਵੀਜ਼ਾ ਨਾ ओरिजिनली ਡਾਕੂਮੈਂਟੇਸ਼ਨ ਬੇਸਡ ਹੈ ਅਨਲਾਈਕ ਕੈਨੇਡਾ ਔਰ UK ਜਿੱਥੇ ਇੰਨੇ ਕਾਗਜ਼ ਜਾਂਦੇ ਆ ਆਸਟ੍ਰੇਲੀਆ 'ਚ ਵੀਜ਼ਾ ਲੈਣ ਦਾ ਇੱਕੋ ਗੁਰ ਸੀਗਾ
ਇੰਨੇ ਕਾਗਜ਼ ਦਿਓ, ਉਹਨਾਂ ਨੇ 4 ਮੰਗੇ ਆ ਤੁਸੀਂ 40 ਦਿਓ, ਕਿਉਂਕਿ ਉਹ ਆਟੋਮੈਟਿਕਲੀ GT ਬਣਦਾ ਹੈਗਾ। ਤੁਹਾਡੇ ਵਾਸਤੇ ਇਟ ਇਜ਼ ਨਾਟ ਡੈਡ ਐਂਡ ਹੈ। ਆਈ ਅੰਡਰਸਟੈਂਡ ਜਦ ਤੁਸੀਂ ਇੱਕ ਸਪਾਊਸ ਕੇਸ ਲਾਉਂਦੇ ਹੋ, ਜੀ ਇੱਕ ਮਕਸਦ ਹੁੰਦਾ ਪੜਨ ਦਾ, ਦੂਜੇ ਦਾ ਮਕਸਦ ਹੁੰਦਾ ਪੈਸਾ ਕਮਾਉਣ ਦਾ ਤੇ ਲਾਈਫ ਸੈਟਲਮੈਂਟ ਦਾ। ਹੁਣ ਜੇ ਇੱਕ ਦਾ ਵੀਜ਼ਾ ਲੱਗ ਗਿਆ, ਉਹ ਪੜਨ ਤੇ ਉਹਦੇ ਪੈਸੇ ਕਿੱਥੋਂ ਕਮਾਣੇ ਆ, ਉਹ ਟੈਨਸ਼ਨ ਤੁਹਾਨੂੰ ਗ੍ਰਿਪ ਕਰ ਰਹੀ ਹੋਏਗੀ। ਬਿਲਕੁਲ ਤਾਂ ਆਪਣੇ ਡਾਕੂਮੈਂਟੇਸ਼ਨ ਡਿਟੇਲ ਲੈ ਕੇ ਮੈਨੂੰ ਚੰਡੀਗੜ੍ਹ ਆਫਿਸ ਤੁਸੀਂ ਅਗਲੇ ਹਫਤੇ ਮਿਲ ਸਕਦੇ ਹੋ, ਪੂਰੇ ਡਾਕੂਮੈਂਟੇਸ਼ਨ ਲੈ ਕੇ ਕੀ ਲਾਇਆ ਸੀਗਾ ਤੇ ਕੀ ਤੁਸੀਂ ਅੱਗੇ ਕਾਗਜ਼ ਜਾਂ ਹੈ ਰਿਜੈਕਸ਼ਨ ਦੇ ਕਾਰਨ ਕੀ ਆਏ ਤੇ ਵਾਈਫ ਦਾ ਕੀ ਸਟੇਟਸ ਹੈਗਾ, ਕਿ ਉਹ ਤਾਂ ਚਲੇ ਗਏ ਨੇ ਜਾਂ ਹਜੇ ਵੀ ਇੰਡੀਆ 'ਚ ਬੈਠੇ ਨੇ, ਇਹਦਾ ਰਾਹ ਬਿਲਕੁਲ ਨਿਕਲ ਜਾਏਗਾ। ਜੀ 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 ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਲਗਾਤਾਰ ਨੰਬਰ ਵੀ ਜੋ ਹੈ ਸਕਰੀਨ ਦੇ ਉੱਪਰ ਡਿਸਪਲੇ ਹੋ ਰਿਹਾ, ਤੁਸੀਂ ਇਸ ਉੱਪਰ ਕਾਲ ਕਰਕੇ ਸਲਾਹ ਲੈ ਸਕਦੇ ਹੋ। ਜੋ ESS ਗਲੋਬਲ ਦੀ ਪੂਰੀ ਟੀਮ ਹੈ ਹਮੇਸ਼ਾ ਤੁਹਾਨੂੰ ਸਹੀ ਸਲਾਹ ਦੇਣ ਦੇ ਲਈ ਤਿਆਰ ਬੈਠੀ ਹੈ। ਤੇ ਨਾਲ ਦੀ ਨਾਲ ਨੀਚੇ ਸਕਰੋਲ ਦੇ ਵਿੱਚ ਬ੍ਰਾਂਚਿਸ ਦੇ ਵੀ ਡਿਟੇਲ ਆ ਰਹੀ ਹੈ, ਕਿਹੜੇ ਸ਼ਹਿਰ ਵਿੱਚ ਬ੍ਰਾਂਚ ਕਿੱਥੇ ਹੈ, ਤੁਸੀਂ ਜਿੱਥੇ ਤੁਹਾਨੂੰ ਨੇੜੇ ਲੱਗੇ ਉੱਥੇ ਵੀ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਅਗਲੀ ਪ੍ਰੋਫਾਈਲ ਮੈਂ ਡਿਸਕਸ ਕਰਨਾ ਚਾਹਾਂਗੀ। ਇਹਨਾਂ ਨੇ ਮਾਸਟਰ ਆਫ ਫਾਰਮੇਸੀ ਕੀਤੀ ਹੈ 2017 ਵਿੱਚ, ਆਇਲਸ ਇਹਨਾਂ ਨੇ ਕੀਤਾ ਹੋਇਆ, ਓਵਰਆਲ 6 ਬੈਂਡ ਨੇ, ਲਿਸਨਿੰਗ 'ਚ 6.5 ਨੇ, ਰੀਡਿੰਗ 'ਚ 5.5 ਹੈ, ਰਾਈਟਿੰਗ 'ਚ 6 ਹੈ, ਸਪੀਕਿੰਗ 'ਚ 6 ਨੇ। ਤੇ ਇਹਨਾਂ ਦੀ ਟਰੈਵਲ ਹਿਸਟਰੀ ਵੀ ਹੈ, ਸਿੰਗਾਪੁਰ, ਮਲੇਸ਼ੀਆ ਔਰ ਕੰਟਰੀਜ਼। ਹਾਂਜੀ ਹਾਂਜੀ। ਤੇ ਇਹ ਕਿੱਥੇ ਲਈ ਹੁਣ ਅਪਲਾਈ ਕਰ ਸਕਦੇ ਨੇ? ਵਧੀਆ ਇਹਨਾਂ ਦਾ ਦੇਖੋ, ਮਾਸਟਰਸ ਆਫ ਫਾਰਮੇਸੀ ਬੇਸਿਕਲੀ ਇਸ ਤੋਂ ਬਾਅਦ ਤੁਹਾਡਾ MPhil ਵਰਗੇ ਕੋਰਸਿਸ ਆਣੇ ਰਿਸਰਚ ਬੇਸ ਤੇ, ਜਾਂ ਤੁਸੀਂ ਪੈਰਲਲੀ ਮੈਨੇਜਮੈਂਟ ਕੋਰਸਿਸ ਲੈ ਸਕਦੇ ਹੋ, ਪ੍ਰੋਜੈਕਟ ਮੈਨੇਜਮੈਂਟ ਲੈ ਸਕਦੇ ਹੋ। ਅਦਰਵਾਈਜ਼ ਕੁਆਲਿਟੀ ਐਸ਼ੋਰੈਂਸ ਕਰਕੇ ਬੜਾ ਸ਼ਾਨਦਾਰ ਕੋਰਸ ਹੈ ਆਸਟ੍ਰੇਲੀਆ ਦੇ ਵਿੱਚ, ਠੀਕ ਹੈ, ਪਰ ਉਹਦੇ ਲਈ ਥੋੜਾ ਆਇਲਸ ਘੱਟ ਹੈ। ਆਇਲਸ ਤੁਹਾਨੂੰ ਵਧਾਉਣਾ ਪਏਗਾ, ਬਟ ਉਹ ਡਿਗਰੀ ਤੁਹਾਨੂੰ ਗਾਰੰਟਿਡ ਜੌਬ ਦਿੰਦੀ ਹੈ ਕਿਉਂਕਿ ਉਹ ਹਟ ਕੇ ਹੈਗੀ ਹੈ। ਦੇਖੋ, ਜਦ ਤੁਸੀਂ ਇੱਕ ਭੀੜ ਦਾ ਹਿੱਸਾ ਬਣੋਗੇ, ਇੱਕ ਨਾਰਮਲ ਜਰਨਲ ਕੋਰਸ ਲਵੋਗੇ, ਜੌਬ ਚਾਂਸਸ ਉਨੇ ਹੀ ਘਟਦੇ ਆ। ਮੈਂ ਨਹੀਂ ਕਹਿੰਦਾ ਕਿਹਨੂੰ ਜੌਬ ਮਿਲਦੀ ਹੈ ਕਿਹਨੂੰ ਨਹੀਂ ਮਿਲਦੀ, ਪਰ ਘਟਦੇ ਆ ਕਿਉਂਕਿ ਉਸ ਤਰ੍ਹਾਂ ਦੇ ਬੰਦੇ, ਉਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਦੇ ਕੈਂਡੀਡੇਟ ਬਹੁਤ ਜ਼ਿਆਦਾ ਹੋਣਗੇ ਜੌਬ ਮਾਰਕੀਟ ਦੇ ਵਿੱਚ। ਤਾਂ ਅੱਜ ਦੀ ਟਾਈਮ ਜਿਹੜਾ ਕਿ ਮਾਈਕਰੋ ਸਪੈਸ਼ਲਾਈਜ਼ਡ ਕੋਰਸਿਸ ਦਾ ਹੈਗਾ, ਤੁਸੀਂ ਇੱਕ ਕੋਰਸਿਸ ਦੇ ਅੰਦਰ ਵੀ 40 ਤਰ੍ਹਾਂ ਦੇ ਕੋਰਸਿਸ ਆਪਣੀ ਸਪੈਸ਼ਲਾਈਜ਼ ਕਰ ਸਕਦੇ ਹੋ। ਤਾਂ ਜਿੰਨੇ ਆਪਣੇ ਕੋਰਸ ਨੂੰ ਸਟੀਕ ਰੱਖੋਗੇ, ਨੈਰੋ ਡਾਊਨ ਕਰੋਗੇ ਆਪਣੀ ਆਪਸ਼ਨਸ ਨੂੰ, ਉਹਨੇ ਤੁਹਾਡੇ ਵੀਜ਼ਾ ਚਾਂਸਸ ਵੱਧਦੇ ਨੇ। ਤੁਹਾਡੇ ਵਾਸਤੇ UK ਡੈਫੀਨੇਟਲੀ ਯੈਸ। ਆਸਟ੍ਰੇਲੀਆ ਜੇ ਕੁਆਲਿਟੀ ਵਾਲਾ ਕੋਰਸ ਕਰਨਾ ਹੈਗਾ ਤਾਂ ਆਸ ਦੁਬਾਰਾ ਕਰਨਾ ਪਏਗਾ, ਸਿੰਪਲ MBA ਪ੍ਰੋਜੈਕਟ ਮੈਨੇਜਮੈਂਟ ਕਰਨਾ, ਇਸੇ ਆਸ ਨਾਲ ਗੱਲਬਾਤ ਚੱਲ ਜਾਏਗੀ। ਕੈਨੇਡਾ ਨਾ, ਕਿਉਂਕਿ ਇੱਕ ਤੁਹਾਡਾ 5.5 ਬੈਂਡ ਹੈ ਤੇ ਅੱਜ ਉਹ ਟਾਈਮ ਨਹੀਂ ਹੈਗਾ ਕੈਨੇਡਾ ਅਪਲਾਈ ਕਰਨ ਦਾ। ਬਿਲਕੁਲ ਬਿਲਕੁਲ। ਤੇ ਇਸੇ ਲਈ ਅਸੀਂ ਅਲੱਗ-ਅਲੱਗ ਪ੍ਰੋਫਾਈਲਸ ਜੋ ਹੈ ਡਿਸਕਸ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਰਿਲੇਟ ਕਰ ਸਕੋ, ਕਿਉਂਕਿ ਕਈ ਵਾਰੀ ਕੁਝ ਸਟੂਡੈਂਟਸ ਹੁੰਦੇ ਆ ਝਿਜਕਦੇ ਨੇ ਵੀ ਅਸੀਂ ਗੱਲ ਕਿਵੇਂ ਕਰੀਏ ਜੋ ਹੈ। ਸੋ ਇਹਨਾਂ ਚੀਜ਼ਾਂ ਤੋਂ ਸਮਝਦੇ ਹੋਏ ਤੁਸੀਂ ਵੀ ਜੋ ਹੈ ਜ਼ਰੂਰ ਆਪਣੀ ਪ੍ਰੋਫਾਈਲ ਡਿਸਕਸ ਕਰੋ, ਚਾਹੇ ਪਹਿਲਾਂ ਕਿਸੇ ਕੰਟਰੀ ਤੋਂ ਰਿਫਿਊਜ਼ਲ ਵੀ ਲੱਗ ਗਿਆ ਹੋਵੇ, ਫਿਰ ਵੀ ਤੁਹਾਡੇ ਲਈ ਇੱਕ ਅੱਛੀ ਆਪਸ਼ਨਸ, ਅੱਛੇ ਰਾਹ ਅਵੇਲੇਬਲ ਨੇ। ਜ਼ਰੂਰਤ ਹੈ ਤੁਹਾਨੂੰ ਸਿਰਫ ਇੱਕ ਕਦਮ ਅੱਗੇ ਆਉਣ ਦੀ, ਇੱਕ ਚੰਗੇ ਕੰਸਲਟੈਂਟ ਤੋਂ ਸਹੀ ਸਲਾਹ ਲੈਣ ਦੀ। ਇਸੇ ਲਈ ਅਸੀਂ ਇਹ ਸ਼ੋਅ ਵੀ ਲੈ ਕੇ ਆਉਂਦੇ ਹਾਂ ਤਾਂ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ, ਤੁਹਾਨੂੰ ਦੱਸੀਏ ਕਿਸ ਤਰ੍ਹਾਂ ਦੇ ਰਸਤਿਆਂ ਦੇ ਨਾਲ, ਜੈਨੂਇਨ ਵੇ ਦੇ ਨਾਲ ਅਪਲਾਈ ਕਰਕੇ ਤੁਸੀਂ ਆਪਣਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ। ਅਗਲੀ ਪ੍ਰੋਫਾਈਲ ਡਿਸਕਸ ਕਰਾਂ ਤਾਂ UK ਬਾਰੇ ਹੀ ਪਤਾ ਕਰਨਾ ਚਾਹ ਰਹੇ ਨੇ। ਸੋ ਇਹਨਾਂ ਦੇ ਨਾਲ ਸਪਾਊਸ ਹੈ, ਇਹਨਾਂ ਦਾ ਇੱਕ ਬੱਚਾ ਵੀ ਹੈ, ਔਰ ਇਹਨਾਂ ਦੀ ਆਪਣੀ ਜੋ ਕੁਆਲੀਫਿਕੇਸ਼ਨ ਦੀ ਗੱਲ ਕਰੀਏ, BA ਕੀਤੀ ਹੈ 2014 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। 60% ਇਹਨਾਂ ਦੇ ਓਵਰਆਲ ਜੋ ਹੈ ਪਰਸੈਂਟੇਜ ਹੈ। PTE ਕੀਤਾ ਹੋਇਆ, ਓਵਰਆਲ 58 ਸਕੋਰ ਹੈ, ਔਰ ਇਹ 2014 ਤੋਂ ਲੈ ਕੇ ਹੁਣ ਤੱਕ ਸੇਲਸ ਐਜ਼ ਅ ਸੇਲਸ ਮੈਨੇਜਰ ਜੋ ਹੈ ਜੌਬ ਕਰ ਰਹੇ। ਔਰ ਇਹਨਾਂ ਦੇ ਸਪਾਊਸ ਜੋ ਨੇ ਉਹ ਮਲੇਸ਼ੀਆ ਟੂਰਿਸਟ ਵੀਜ਼ਾ ਤੇ ਵੀ ਜਾ ਚੁੱਕੇ ਨੇ, ਔਰ ਕੁਵੈਤ ਵਿੱਚ ਉਹਨਾਂ ਦਾ ਵਰਕ ਵੀਜ਼ਾ ਤੇ ਵੀ ਜਾ ਚੁੱਕੇ ਨੇ। ਜੀ ਦੇਖੋ, ਇਹ ਉਹ ਪ੍ਰੋਫਾਈਲਾਂ ਨੇ ਬੇਸਿਕਲੀ 2014 ਪਾਸ ਆਊਟ, 7-8 ਸਾਲ ਦਾ ਐਕਸਪੀਰੀਅੰਸ। ਇਹ ਉਹ ਪ੍ਰੋਫਾਈਲਾਂ ਨੇ ਜਿਹੜੇ ਕਿ ਅੱਜ ਇਮੀਗ੍ਰੇਸ਼ਨ ਵਾਸਤੇ ਕੁਆਲੀਫਾਈ ਕਰਦੀਆਂ ਨੇ, ਜੇ ਆਸ ਦੇ ਵਿੱਚ 8777 ਆ ਜਾਂਦਾ ਤਾਂ। ਬਹੁਤ ਵੱਡਾ ਸਵਾਲ ਹੈ। ਹੁਣ ਕਈ ਵਾਰ ਕੀ ਹੁੰਦਾ, 8777 ਦਿੱਤਾ ਹੁੰਦਾ, ਆਂਦਾ ਨਹੀਂ ਹੈ, 2-3 ਵਾਰ ਦਿੱਤਾ ਤੇ ਆਇਆ ਨਹੀਂ, ਤੇ ਸਟੂਡੈਂਟ ਵੀਜ਼ਾ ਸੈਕੰਡ ਬੈਸਟ ਆਪਸ਼ਨ ਲੈ ਕੇ ਚੱਲਦੇ ਨੇ ਕਿਉਂਕਿ ਆਸ ਹਿੰਮਤ ਹਾਰ ਚੁੱਕੇ ਨੇ। 7 ਆ ਰਹੇ ਆ, 6 ਆ ਰਹੇ ਆ, 6.5 ਆ ਰਹੇ ਆ, ਸੋ ਆਨ। ਤਾਂ ਇਹਨਾਂ ਪ੍ਰੋਫਾਈਲ ਵਾਸਤੇ ਨਾ ਇੱਕੋ ਹੀ ਬੜੀ ਸਟਰੋਂਗ ਸੁਜੈਸ਼ਨ ਹੈ, ਤੁਸੀਂ ਉਸ ਜ਼ਿੰਦਗੀ ਦੇ ਮੁਕਾਮ ਤੇ ਹੋ ਜਾਂ ਜ਼ਿੰਦਗੀ ਦੁਬਾਰਾ ਰੀਸਟਾਰਟ ਕਰਨ ਲੱਗੇ ਹੋ, ਤੁਹਾਡੇ ਕੋਲ ਸ਼ਾਇਦ ਫੇਲੀਅਰ ਦੇ ਚਾਂਸ ਬੜੇ ਘੱਟ ਹੋਣਗੇ। ਇੱਕ +2 ਪਾਸ ਆਊਟ ਪ੍ਰੋਫਾਈਲ ਜਾਂ ਗ੍ਰੈਜੂਏਟ ਪ੍ਰੋਫਾਈਲ ਜਿਹਨੇ ਹੁਣੀ ਪਾਸ ਆਊਟ ਕੀਤੀ ਹੈ, ਜੋ ਐਕਚੁਅਲ ਦੇ ਵਿੱਚ ਸਟੂਡੈਂਟ ਹੈ, ਉਹਨਾਂ ਵਾਸਤੇ ਫੇਲੀਅਰ ਕਿਤੇ ਨਾ ਕਿਤੇ ਐਕਸੈਪਟੇਬਲ ਹੁੰਦਾ, ਜ਼ਿੰਦਗੀ ਦੂਸਰੇ ਚਾਂਸ ਦੇ ਦਿੰਦੀ ਹੈ। ਪਰ ਤੁਸੀਂ ਬੀਇੰਗ ਏ ਫੈਮਿਲੀ ਮੈਨ, ਬੱਚਾ ਹੈਗਾ, ਅੱਜ ਤੁਸੀਂ ਜੇ ਅੱਜ ਪਲੈਨਿੰਗ ਕਰਦੇ ਪਏ ਹੋ ਬਾਹਰ ਜਾਣ ਦੀ, ਤਾਂ ਆਪਣੀ ਆਪਸ਼ਨਸ ਨੂੰ, ਮੈਂ ਦੁਬਾਰਾ ਬੋਲਣਾ, ਆਪਣੀ ਆਪਸ਼ਨਸ ਨੂੰ ਜਿਹੜੀ ਤੁਸੀਂ ਅੱਗੇ ਕਰਨਾ ਹੈ ਉਹਨੂੰ ਜਿੰਨਾ ਨੈਰੋ ਡਾਊਨ ਕਰੋਗੇ, ਜਿੰਨਾ ਆਪਣੀ ਪ੍ਰੋਫਾਈਲ ਦੇ ਰਿਲੇਟਡ ਰੱਖੋਗੇ, ਉਹਨਾਂ ਹੀ ਤੁਹਾਡੇ ਵੀਜ਼ਾ ਦੇ ਆਉਣ ਦੇ ਚਾਂਸਸ ਬਣਦੇ ਨੇ। ਹੁਣ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਸੀਂ ਸੇਲਸ ਮੈਨੇਜਰ ਕੰਮ ਕਰ ਚੁੱਕੇ ਹੋ,
ਆਈਡਲੀ ਮੈਨੇਜਰ ਤੁਹਾਡੇ ਸੀਵੀ ਤੇ ਇੱਕ ਵਾਰ ਆ ਜਾਏ, ਤੁਸੀਂ ਕਿਸੇ ਵੀ ਇੰਟਰਵਿਊ ਦੇਣ ਜਾਂਦੇ ਹੋ, ਤੁਹਾਨੂੰ ਹਾਇਰ ਗ੍ਰੇਡ ਆਪਣਾ ਸੀਨੀਅਰ ਮੈਨੇਜਰ ਔਰ ਜਨਰਲ ਮੈਨੇਜਰ ਦੀ ਲਾਈਨ 'ਚ ਲੱਗ ਜਾਂਦੇ ਹੋ ਤੁਸੀਂ। ਹੁਣ ਤੁਹਾਨੂੰ ਪੜ੍ਹਾਈ ਦੀ ਕੀ ਲੋੜ ਹੈ? ਸਭ ਤੋਂ ਵੱਡਾ ਸਵਾਲ ਆ ਜਾਂਦਾ ਹੈ। ਇਹ ਸਵਾਲ ਮੇਰਾ ਨਹੀਂ ਹੋਏਗਾ, ਇਹ ਯੂਨੀਵਰਸਿਟੀਜ਼ ਦਾ ਹੋਏਗਾ ਔਰ ਹਾਈ ਕਮਿਸ਼ਨਸ ਦਾ ਹੋਏਗਾ ਜਦ ਤੁਸੀਂ ਐਡਮਿਸ਼ਨ ਅਪਲਾਈ ਕਰੋਗੇ। ਤੁਸੀਂ ਆਪਣਾ ਕੋਰਸ ਜਿਹੜਾ ਸਿਲੈਕਟ ਕਰਨਾ ਹੈ, ਜਿੰਨਾ ਉਹਨੂੰ ਜਨਰਿਕ ਤੋਂ ਹਟਾ ਕੇ ਸਪੈਸ਼ਲਾਈਜ਼ ਕਰੋਗੇ, ਉਹਨਾਂ ਵੀਜ਼ਾ ਚਾਂਸਸ ਤੁਹਾਡੇ ਬ੍ਰਾਈਟ ਬਣਨਗੇ। ਇਹ ਮੈਂ ਚੀਜ਼ ਬਾਰ-ਬਾਰ ਕਹਿਣਾ, ਸ਼ਾਇਦ ਹਰ ਕੁਐਸਚਨ ਦੇ ਆਨਸਰ ਵਿੱਚ ਵੀ ਕਵਾਂਗਾ, ਕਿਉਂਕਿ ਜੇ ਅੱਜ ਕੋਈ ਰਿਫਿਊਜ਼ਲ ਆਉਂਦਾ ਨਾ, ਉਹਨੂੰ ਦੇਖ ਕੇ ਬੜਾ ਅਫਸੋਸ ਹੁੰਦਾ ਹੈ। ਪ੍ਰੋਫਾਈਲ A ਕਹਿੰਦੀ ਹੈ ਤੇ ਕੋਰਸ B ਲਿੱਤਾ ਹੁੰਦਾ ਹੈ ਬਿਨਾਂ ਕੋਈ ਆਪਣੀ R&D ਕੀਤੇ ਹੋਏ, ਤੇ ਕਿਤੇ ਨਾ ਕਿਤੇ ਉਹ ਏਜੰਟ ਨੇ ਤਾਂ ਸਾਈਡ ਤੇ ਹੋ ਜਾਣਾ। ਇਹ ਤੁਹਾਡੀ ਜ਼ਿੰਮੇਵਾਰੀ ਹੈ ਜਿੱਥੇ ਪੈਸਾ ਲਾਣੇ ਪਏ ਹੋ ਕਿ ਉਹ ਪ੍ਰੋਫਾਈਲ ਦਾ, ਉਹ ਕੋਰਸ ਦਾ ਤੁਹਾਡੀ ਪ੍ਰੋਫਾਈਲ 'ਚ ਵਾਧਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਤਾਂ ਅਗੇਨ ਤੁਸੀਂ ਜੇ ਇਹਨੂੰ ਨੈਰੋ ਡਾਊਨ ਕਰੋਗੇ, 7 ਸਾਲ ਦਾ ਐਕਸਪੀਰੀਅੰਸ ਤੁਹਾਡਾ ਡਿਸਐਡਵਾਂਟੇਜ ਨਹੀਂ, ਤੁਹਾਡਾ ਐਡਵਾਂਟੇਜ ਬਣ ਸਕਦਾ ਬਾਈ ਸਿਲੈਕਟਿੰਗ ਅ ਕੋਰਸ ਜਿਸ ਐਕਸਪੀਰੀਅੰਸ ਦੀ ਲੋੜ ਹੈਗੀ ਹੈ। ਤਾਂ ਕੋਰਸ ਸਿਲੈਕਸ਼ਨ ਆਪਣਾ ਬੜਾ ਉਹ ਨੈਰੋ ਡਾਊਨ ਰੱਖੋ ਆਪਣਾ ਤੁਸੀਂ। ਜੀ ਬਿਲਕੁਲ। ਤੇ ਕੀ ਇੱਥੇ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਚਾਹੀਦੀ ਕਿ ਜੋ ਅਗਰ ਕੋਈ ਸੋਚ ਹੀ ਰਿਹਾ ਹੈ ਕਿ ਮੈਂ ਜਾਣਾ ਹੀ ਹੈ, ਵਿਦੇਸ਼ ਜਾਣਾ ਹੈ, ਚਾਹੇ ਸਟੱਡੀ ਵੀਜ਼ਾ ਨਹੀਂ ਲੱਗਿਆ ਤਾਂ ਬਾਅਦ ਵਿੱਚ ਕਿਸੇ ਹੋਰ ਤਰੀਕੇ ਨਾਲ ਜਾਣਾ, ਤਾਂ ਉਹਨੂੰ ਆਪਣੀ ਜੋ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਹੀ ਜੌਬ ਚੂਜ਼ ਕਰਨੀ ਚਾਹੀਦੀ ਹੈ। ਐਗਜ਼ੈਕਟਲੀ, ਬਿਲਕੁਲ ਜੀ, ਬਿਲਕੁਲ ਜੀ ਬਿਲਕੁਲ। ਸੋ ਇਹਨਾਂ ਗੱਲਾਂ ਦਾ ਜ਼ਰੂਰ ਤੁਸੀਂ ਧਿਆਨ ਰੱਖਿਆ ਕਰੋ ਤਾਂ ਕਿ ਲੌਂਗ ਟਰਮ ਬਾਅਦ ਵਿੱਚ ਜੋ ਹੈ ਤੁਹਾਨੂੰ ਮੁਸ਼ਕਿਲ ਨਾ ਆਵੇ। ਅਗਲੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹਨਾਂ ਨੇ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਕੀਤੀ ਹੈ PTU ਤੋਂ 2017 ਵਿੱਚ। ਆਇਲਸ ਵਿੱਚ ਓਵਰਆਲ ਇਹਨਾਂ ਦਾ ਸਕੋਰ ਜੋ ਹੈ 6.5 ਹੈ, ਨਾਟ ਲੈਸ ਦੈਨ 6, ਔਰ 2017 ਤੋਂ ਲੈ ਕੇ ਮਤਲਬ ਪ੍ਰਾਈਵੇਟ ਕੰਪਨੀ ਵਿੱਚ ਜੌਬ ਕਰ ਰਹੇ ਨੇ ਤੇ ਪੁੱਛਣਾ ਚਾਹ ਰਹੇ ਨੇ ਕਿ ਮੈਂ ਹੁਣ ਕਿੱਥੇ ਅਪਲਾਈ ਕਰ ਸਕਦੀ ਹਾਂ, ਤਾਂ ਕਿੱਥੇ ਅਪਲਾਈ ਇਹਨਾਂ ਨੂੰ ਕਰਨਾ ਚਾਹੀਦਾ? ਹੁਣ ਦੇਖੋ, ਆਇਲਸ ਤੁਹਾਡਾ ਇਹਨਾਂ ਦਾ ਕਿੰਨਾ ਸੀ? ਆਇਲਸ ਜੀ ਇਹਨਾਂ ਦਾ ਓਵਰਆਲ 6.5। ਆਇਲਸ ਤੁਹਾਡਾ ਓਵਰਆਲ UK ਵਾਸਤੇ ਵੀ ਫਿੱਟ ਹੈ, ਆਸਟ੍ਰੇਲੀਆ ਵਾਸਤੇ ਵੀ ਗੁੱਡ ਹੈ ਐਂਡ ਕੈਨੇਡਾ ਵਾਸਤੇ ਵੀ ਗੁੱਡ ਹੈ ਜੇ ਇਕੱਲੇ 6 ਹੈਗੇ ਆ ਤਾਂ। ਹਾਵੈਵਰ ਜੇ ਆਸਟ੍ਰੇਲੀਆ ਤੁਸੀਂ ਆਪਣੀ ਪਹਿਲੀ ਆਪਸ਼ਨ ਰੱਖਦੇ ਹੋ, ਕਿਉਂਕਿ PTU ਸੈਕਸ਼ਨ 2 ਯੂਨੀਵਰਸਿਟੀ ਹੈ, ਤੁਸੀਂ ਉਸ ਪਰਸੈਂਟੇਜ 55% ਤੋਂ ਉੱਤੇ ਤੁਹਾਡੇ ਹੋਣੇ ਚਾਹੀਦੇ ਨੇ ਟੂ ਗੈਟ ਐਡਮਿਸ਼ਨ ਇਨਟੂ ਆਸਟ੍ਰੇਲੀਅਨ ਯੂਨੀਵਰਸਿਟੀਜ਼। UK ਵਿੱਚ ਕੋਈ ਸਮੱਸਿਆ ਨਹੀਂ ਹੈ, ਤੁਹਾਡਾ 50% ਵੀ ਹੈ, 55 ਵੀ ਹੈ, ਕੋਈ ਪ੍ਰੋਬਲਮ ਨਹੀਂ ਹੈ। UK ਤੁਸੀਂ ਅਪਲਾਈ ਕਰ ਸਕਦੇ ਹੋ। ਕੈਨੇਡਾ ਵੀ ਨੋ ਪ੍ਰੋਬਲਮ ਐਟ ਆਲ, ਐਜ਼ ਲੌਂਗ ਐਜ਼ ਤੁਸੀਂ ਆਪਣਾ ਕੋਰਸ ਡਿਪਲੋਮਾ, ਐਡਵਾਂਸ ਡਿਪਲੋਮਾ ਔਰ PG ਡਿਪਲੋਮਾ ਸਪੈਸ਼ਲਾਈਜ਼ ਦਾ ਲੈਂਦੇ ਹੋ, ਕਿਉਂਕਿ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ। ਦੇਖੋ, ਗੱਲ ਜਿਹੜੀ ਬੋਇਲ ਹੁੰਦੀ ਹੈ ਨਾ ਹਮੇਸ਼ਾ ਸਟੂਡੈਂਟ ਵੀਜ਼ੇ ਤੇ ਆ ਕੇ ਇਹੋ ਜਿਹੀ ਪ੍ਰੋਫਾਈਲਾਂ ਦੀ, ਜਿਸ ਐਜੂਕੇਸ਼ਨ ਪਲੱਸ ਐਕਸਪੀਰੀਅੰਸ ਮਿਕਸ ਹੁੰਦਾ ਹੈ, ਤੁਹਾਡਾ ਕੋਰਸ ਸਿਲੈਕਸ਼ਨ ਬੜਾ ਆਈਡੀਅਲ ਹੋਣਾ ਚਾਹੀਦਾ ਹੈ। ਹੁਣ ਕਿੰਨੀ ਵਾਰ ਕੀ ਹੁੰਦਾ, ਤੁਸੀਂ ਇੱਕ BCA ਐਗਜ਼ਾਮਪਲ ਦੇ ਰਹੇ ਹਾਂ, BCA ਦੇ ਵਿੱਚ ਤੁਸੀਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਪਲੱਸ ਡਾਟਾ ਐਂਟਰੀ ਦਾ ਕੰਮ ਕਰਦੇ ਪਏ ਹੋ। ਹੁਣ ਡਾਟਾ ਐਂਟਰੀ ਦੇ ਵਿੱਚ ਕੰਪਿਊਟਰ ਦੇ BCA ਹੋਣ ਦੀ ਲੋੜ ਨਹੀਂ ਹੈਗੀ, ਕੋਈ 12ਵੀਂ ਪਾਸ ਵੀ ਡਾਟਾ ਐਂਟਰੀ ਕਰ ਸਕਦਾ ਹੈ। ਹੁਣ ਇਹ ਕੋਰਸ ਕਿਹੜਾ ਲਏਗਾ, ਡਿਪੈਂਡ ਕਰਦਾ ਹੈ ਦੀ ਵਰਕ ਰਿਸਪੌਂਸਿਬਿਲਿਟੀਜ਼ ਤੇ। ਡਾਟਾ ਐਂਟਰੀ ਨੂੰ ਕਿਵੇਂ ਆਪਣੀ ਐਡਵਾਂਟੇਜ ਦੇ ਨਾਲ ਦਿਖਾਇਆ ਜਾ ਸਕਦਾ ਤਾਂ ਕਿ ਉਹਨੂੰ BCA ਨਾਲ ਰਿਲੇਟ ਕਰ ਸਕੋ। ਤੇ ਸਾਰੀ ਚੀਜ਼ਾਂ ਦੇਖੋ ਜੇ ਰਿਐਲਿਟੀ 'ਚ ਹੁੰਦੀਆਂ ਨਾ ਆਪਣੇ ਨਾਲ, ਅੱਜ ਤੁਸੀਂ ਜੌਬ ਮਾਰਕੀਟ ਜਾਂਦੇ ਹੋ, ਸੇਮ ਫਿਟ ਦਾ ਪ੍ਰੋਫਾਈਲ ਜੌਬ ਨਹੀਂ ਮਿਲਦਾ, ਅੰਡਰਸਟੂਡ ਹੈ, ਤੁਸੀਂ ਨਵੀਂ ਚੀਜ਼ਾਂ ਸਿੱਖਦੇ ਹੋ, ਬਟ ਆਪਣੀ ਐਜੂਕੇਸ਼ਨ ਤੇ ਐਕਸਪੀਰੀਅੰਸ ਦੇ ਰਿਸਪੌਂਸਿਬਿਲਿਟੀਜ਼ ਨੂੰ ਮਿਕਸ ਕਰਕੇ ਤੁਸੀਂ ਅੱਗੇ ਆਪਣਾ ਕੋਰਸ ਬੜੇ ਤਰੀਕੇ ਨਾਲ ਲੈ ਸਕਦੇ ਹੋ ਜਿੱਥੇ ਤੁਹਾਡਾ PR ਐਂਡ ਉੱਥੇ ਜੌਬ ਓਪਰਚੁਨਿਟੀਜ਼ ਆਟੋਮੈਟਿਕਲੀ ਵੱਧ ਜਾਣ। ਜੀ ਬਿਲਕੁਲ। ਤੇ ਇੱਥੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਜਿਵੇਂ ਆਪਾਂ ਗੱਲ ਕਰਦੇ ਹਾਂ ਲੰਮੇ ਟਾਈਮ ਤੋਂ ਜੋ ਸਟੱਡੀ ਪਹਿਲਾਂ ਕੀਤੀ ਹੁੰਦੀ ਉਸ ਤੋਂ ਬਾਅਦ ਲਗਾਤਾਰ ਜੋ ਹੈ ਕੰਮ ਕਰ ਰਹੇ ਹੁੰਦੇ, ਜੌਬ ਕਰ ਰਹੇ ਹੁੰਦੇ ਨੇ, ਕੀ ਅਜਿਹੀ ਪ੍ਰੋਫਾਈਲਸ ਆਪਾਂ ਅਗਰ ਸਕਸੈਸ ਰੇਟ ਦੀ ਗੱਲ ਕਰੀਏ ਕਿੰਨਾ ਕੁ ਡਿਪੈਂਡ, ਕਿਹੜੀ ਚੀਜ਼ਾਂ ਦੇ ਉੱਪਰ ਜ਼ਿਆਦਾ ਡਿਪੈਂਡ ਕਰਦਾ ਵੀ ਸਕਸੈਸ ਰੇਟ ਇਹਨਾਂ ਦਾ ਹਾਈ ਜਾਏ? ਦੇਖੋ ਮੈਮ, ਸਭ ਤੋਂ ਪਹਿਲਾਂ ਤਾਂ ਇੰਟੈਂਸ਼ਨ ਕਿ ਉਹਦੇ ਬਾਹਰ ਜਾਣ ਦੀ ਇਹ ਬੜੀ ਕਲੀਅਰ ਹੋਣੀ ਚਾਹੀਦੀ ਹੈ। ਅੱਜ ਵੀ ਬਹੁਤ ਸਾਰੀ ਪ੍ਰੋਫਾਈਲਾਂ ਜਦ ਆਉਂਦੀਆਂ ਨਾ ਕਾਉਂਸਲਿੰਗ 'ਚ, ਉਹ ਇਹ ਭੁਲੇਖੇ 'ਚ ਨੇ ਅਸੀਂ ਸਟੂਡੈਂਟ ਹੈ, ਵੈਰਾਜ਼ ਉਹ ਭੁਲੇਖਾ ਉਹਨਾਂ ਦੂਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਸਟੂਡੈਂਟ ਨਹੀਂ ਹੈਗੇ। 8-8 10-10 ਸਾਲ ਦਾ ਗੈਪ ਹੋ ਗਿਆ, ਤੁਸੀਂ ਕੰਮ ਕਰਦੇ ਪਏ ਹੋ, ਕਾਰੋਬਾਰ ਹੈ, ਅਸੀਂ ਘਰੇ ਹੈ, ਬੱਚੇ ਹੈ, ਸਟੂਡੈਂਟ ਨਹੀਂ ਹੈਗੇ, ਤੁਸੀਂ ਆਪਣੇ ਆਪ ਨੂੰ ਸਟੂਡੈਂਟ ਪੋਰਟਰੇ ਕਰਦੇ ਪਏ ਹੋ। ਸਭ ਤੋਂ ਪਹਿਲਾਂ ਤਾਂ ਆਹ ਗੱਲ ਮੰਨੋ। ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਨੂੰ ਮੁੱਖ ਰੱਖਦੇ ਹੋਏ ਡਿਟੇਲਿੰਗ ਦੇ ਵਿੱਚ ਕੰਮ ਕਰੋ। ਦੁਬਾਰਾ ਕਹਿਣਾ, ਅੱਜ ਵੱਡੇ ਜਿਹੜੇ ਨੌਕਰੀ ਦੇ ਪੋਰਟਲਸ ਨੇ, ਆਪਣਾ ਐਜੂਕੇਸ਼ਨ ਸਿਸਟਮ ਇਹ ਕਹਿ ਕੇ ਚੱਲਦਾ ਪਿਆ ਵੀ ਜਿਹੜੀ ਪੜ੍ਹਾਈ ਅੱਜ ਕਰੋਗੇ ਉਹ ਅਗਲੇ 10 ਸਾਲਾਂ 'ਚ ਖਤਮ ਹੋ ਜਾਣੀ ਹੈ, ਤੁਹਾਨੂੰ ਦੁਬਾਰਾ ਆਪਣੀ ਨਵੀਂ ਪੜ੍ਹਾਈ ਕਰਨੀ ਪੈਣੀ ਹੈ ਅਗਲੇ 10 ਸਾਲ ਲਈ ਗਰੋਥ ਲੈਣ ਵਾਸਤੇ, ਇਹ ਤਾਂ ਉੱਥੇ ਸਟੈਗਨੈਂਟ ਰਹਿ ਜਾਓਗੇ। ਦੈਟ ਮੀਨਸ ਇਹ ਰੀਇਨਵੈਸਟਮੈਂਟ ਤੁਹਾਡੇ ਆਪਣੇ ਆਪ ਤੇ ਹੈਗੀ ਹੈ। ਤੇ ਅੱਜ ਤੁਸੀਂ 10 ਸਾਲਾਂ ਬਾਅਦ ਜਾਂ 8 ਸਾਲਾਂ ਬਾਅਦ ਦੁਬਾਰਾ ਪੜ੍ਹਾਈ ਵਾਲੇ ਪਾਸੇ ਜਾਂਦੇ ਹੋ, ਸਟਾਪ ਲਿਵਿੰਗ ਇਨਟੂ ਦਾ ਵਰਲਡ। ਤੁਸੀਂ 2014 'ਚ BA ਕੀਤਾ ਸੀ, ਮੈਂ ਉਹਦੇ ਨਾਲ ਮਿਲਦਾ ਜੁਲਦਾ ਕੋਰਸ ਲੈਣਾ। ਉਸ ਤੋਂ ਬਾਅਦ 7 ਸਾਲਾਂ ਤੁਸੀਂ ਆਪਣੇ ਪੈਸੇ ਕਮਾਏ, ਕਿਸੇ ਕੰਮ ਨਾਲ ਕਮਾਏ, ਉਹ ਕੰਮ ਨੂੰ ਉੱਪਰ ਕਿਵੇਂ ਲੈ ਕੇ ਜਾਣਾ ਉਹਦੇ ਤੇ ਧਿਆਨ ਦਿਓ ਤੇ ਉਹਦੇ ਰਿਲੇਟਡ ਕੋਰਸ ਲੱਭੋ। ਛੋਟਾ ਜਿਹਾ ਐਗਜ਼ਾਮਪਲ,
ਬਹੁਤ ਸਾਰੇ ਬੰਦੇ ਗ੍ਰੈਜੂਏਸ਼ਨ ਕਰਕੇ ਪ੍ਰਾਪਰਟੀ ਡੀਲਿੰਗ ਦੇ ਕੰਮ 'ਚ ਪੈ ਜਾਂਦੇ ਨੇ, ਜੀ ਜੀ, ਪ੍ਰਾਪਰਟੀ ਡੀਲਰ ਨੇ, ਰਿਟਰਨਾਂ ਨੇ, ਸਾਰਾ ਕੁਝ ਹੈ। ਹੁਣ ਇਹ ਕਿਹੜਾ ਕੋਰਸ ਕਰਨ ਜਾਣਗੇ? ਹਾਂ, ਕਿ ਇਹ BA ਨਾਲ ਰਿਲੇਟਡ ਕਰਨ ਜਾਣਗੇ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ? ਤਾਂ ਤੁਹਾਡਾ ਕੋਰਸ ਰੀਅਲ ਐਸਟੇਟਸ ਨਾਲ ਹੋਣਾ ਚਾਹੀਦਾ, ਜੋ ਕਿ ਕੈਨੇਡਾ, ਆਸਟ੍ਰੇਲੀਆ, UK ਤਿੰਨੋਂ ਜਗ੍ਹਾ ਦੇ ਵਿੱਚ ਬੂਮਿੰਗ ਹੈਗੀ ਇਸ ਟਾਈਮ ਤੇ। ਹੁਣ ਇਹੋ ਜਿਹਾ ਕੋਰਸ ਉਸ ਕੰਟਰੀ ਤੋਂ ਕਰਨਾ ਜਿੱਥੇ ਉਹ ਕਾਰੋਬਾਰ ਚੜ੍ਹਦੀ ਕਲਾਂ ਤੇ ਹੈ। ਤੁਸੀਂ ਕੁਝ ਨਵਾਂ ਹੀ ਸਿੱਖੋਗੇ, ਜੀ ਨਵਾਂ ਸਿੱਖੇ ਤੁਸੀਂ ਵਾਪਸ ਆ ਕੇ ਇੰਪਲੀਮੈਂਟ ਕਰੋਗੇ ਤਾਂ ਤੁਹਾਡੀ ਗਰੋਥ ਆਟੋਮੈਟਿਕਲੀ ਹੋਣੀ ਤੈਅ ਹੈ। ਜੀ ਉੱਥੇ ਰਹੋਗੇ ਤਾਂ ਵੀ ਤੈਅ ਹੈ, ਕਿਉਂਕਿ ਉਹ ਚੀਜ਼ ਡਿਮਾਂਡ 'ਚ ਹੈਗੀ ਹੈ। ਜੀ, ਤਾਂ ਆਪਣੇ ਪ੍ਰੋਫਾਈਲ ਨੂੰ ਲੌਜੀਕਲੀ ਟੇਬਲ ਤੇ ਰੱਖ ਕੇ ਦੇਖੋ, ਜੋ 10 ਸਾਲ ਪਹਿਲਾਂ ਕੀਤਾ ਸੀ ਉਹਦਾ ਅੱਜ ਕੋਈ ਫਾਇਦਾ ਨਹੀਂ ਹੋ ਰਿਹਾ। ਹਿਸਟਰੀ ਹੋ ਗਈ, ਪੋਲੀਟੀਕਲ ਸਾਇੰਸ ਹੋ ਗਈ, ਅਕਾਊਂਟਸ ਹੋ ਗਿਆ, ਇਟ ਡਜ਼ਨਟ ਮੈਟਰ। ਅੱਜ ਰਿਐਲਿਟੀ ਕੀ ਹੈ ਤੇ ਆਉਣ ਵਾਲਾ ਟਾਈਮ ਕੀ ਹੈ, ਉਹ ਤੇ ਡਿਪੈਂਡ ਕਰਦਾ ਹੈ। ਜੀ ਬਿਲਕੁਲ, ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਸਾਡੇ ਦਰਸ਼ਕ ਇਹ ਸ਼ੋਅ ਵੇਖ ਰਹੇ ਨੇ ਜ਼ਰੂਰ ਇਹਨਾਂ ਗੱਲਾਂ ਨੂੰ ਧਿਆਨ ਨਾਲ ਵੇਖ ਅਤੇ ਸੁਣ ਰਹੇ ਹੋਣੇ, ਕਿਉਂਕਿ ਇਹ ਗੱਲਾਂ ਉਹ ਨੇ ਕਿ ਤੁਹਾਨੂੰ ਤੁਹਾਡੀ ਆਪਣੀ ਜਾਣਕਾਰੀ ਵਧਣ ਦੇ ਨਾਲ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਤੁਸੀਂ ਡਿਸਕਸ ਸਹੀ ਤਰੀਕੇ ਨਾਲ ਕਰ ਸਕਦੇ ਹੋ, ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕਿਹੜੀ ਲਾਈਨ ਵਿੱਚ ਅੱਗੇ ਵਧਦੇ ਹੋਏ ਆਪਣੇ ਵੀਜ਼ਾ ਦੇ ਲਈ ਕੰਮ ਕਰਨਾ ਹੈ। ਅਗਲੀ ਪ੍ਰੋਫਾਈਲ ਡਿਸਕਸ ਕਰੀਏ ਤਾਂ ਇਹਨਾਂ ਨੇ BA ਕੀਤੀ ਹੈ 2019 ਦੇ ਵਿੱਚ, ਔਰ +2 ਵਿੱਚ ਇਹਨਾਂ ਦੀ ਇੰਗਲਿਸ਼ ਵਿੱਚ 77% ਮਾਰਕਸ ਹੈ, ਔਰ ਇਹ ਚਾਹ ਰਹੇ ਨੇ ਕਿ ਮੈਂ ਵਿਦਆਊਟ ਆਇਲਸ ਅਪਲਾਈ ਕਰਾਂ ਤੇ ਮੈਂ ਕਿੱਥੇ ਮੇਰਾ ਵੀਜ਼ਾ ਲੱਗ ਸਕਦਾ ਵਿਦਆਊਟ ਆਇਲਸ। ਵੈਲ ਅੱਜ ਦੀ ਡੇਟ 'ਚ ਕੋਈ ਵਿਦਆਊਟ ਆਇਲਸ ਆਂਦਾ, ਮੈਂ ਤਾਂ ਸਿੰਪਲ ਕਹਿੰਦਾ ਟੂਰਿਸਟ ਵੀਜ਼ਾ ਅਪਲਾਈ ਕਰੋ, ਪੜਾਸ ਕਾਹਨੂੰ ਕੱਢਦੇ ਹੋ ਕਿਉਂਕਿ ਜਿੱਥੇ ਸਾਰੇ ਦੇਸ਼ ਆਇਲਸ ਲਈ ਚੀਕਾਂ ਮਾਰਦੇ ਪਏ ਨੇ, ਆਇਲਸ ਕਰਕੇ ਆਓ, ਕਿਉਂਕਿ ਆਇਲਸ ਤੁਹਾਡਾ ਸਿਰਫ ਇੱਕ ਐਂਟਰੀ ਕ੍ਰਾਈਟੇਰੀਆ ਨਹੀਂ ਹੈਗਾ, ਉੱਥੇ ਤੁਹਾਡੀ ਜੀਵਨ ਸ਼ੈਲੀ ਦਾ ਇੱਕ ਹਿੱਸਾ ਬਣਦਾ ਹੈ। ਆਇਲਸ ਤੁਹਾਨੂੰ ਕੌਨਫੀਡੈਂਸ ਦਿੰਦਾ ਕਿ ਤੁਸੀਂ ਇੰਗਲਿਸ਼ 'ਚ ਗੱਲਬਾਤ ਕਰ ਸਕਦੇ ਹੋ, ਕਿਉਂਕਿ ਨਾਰਮਲੀ ਮੇਰੇ ਨੰਬਰ ਚਾਹੇ 80% ਹੋਣ, ਮੈਂ ਇੱਕ ਲਾਈਨ ਨਹੀਂ ਬਣਾ ਪਾਵਾਂਗਾ ਇੰਗਲਿਸ਼ ਦੀ, ਕਿਉਂਕਿ ਅਸੀਂ ਬੋਲਦੇ ਨਹੀਂ ਹੈਗੇ ਆਮ ਤੌਰ ਦੀ ਜ਼ਿੰਦਗੀ ਦੇ ਵਿੱਚ। ਵੈਰਸ ਤੁਹਾਡੇ ਸਵਾਲ ਦਾ ਜਵਾਬ ਇਹ ਹੈ, ਜੇ ਤੁਸੀਂ CBSE ਤੋਂ ਪਾਸ ਆਊਟ ਹੋ, ਤੁਹਾਡੇ ਕੋਲ 77% ਇੰਗਲਿਸ਼ CBSE ਤੋਂ ਹੈਗੇ ਆ, ਅੱਜ ਦੀ ਡੇਟ ਦੇ ਵਿੱਚ ਸਿਰਫ UK ਤੁਸੀਂ ਅਪਲਾਈ ਕਰ ਸਕਦੇ ਹੋ। ਆਉਣ ਵਾਲਾ ਇਨਟੇਕ ਜਿਹੜਾ ਹੈਗਾ ਮਈ ਔਰ ਸੈਪਟੈਂਬਰ, ਮਈ ਦੇ ਵਿੱਚ ਤੁਹਾਨੂੰ ਜਗ੍ਹਾ ਦੀ ਆਪਸ਼ਨ ਬੜੀ ਘੱਟ ਮਿਲਣੀ ਹੈ, ਕਿਉਂਕਿ ਛੋਟਾ ਇਨਟੇਕ ਹੁੰਦਾ। ਸੈਪਟੈਂਬਰ ਤੁਹਾਨੂੰ ਮੋਸਟਲੀ ਹਰ ਇੱਕ ਜਗ੍ਹਾ ਵਿਦਆਊਟ ਆਇਲਸ ਦਾ ਆਪਸ਼ਨ ਮਿਲ ਜਾਏਗਾ। ਬਟ ਅਗੇਨ ਇਹਦਾ ਐਡਮਿਸ਼ਨ ਲੈਣਾ ਇਜ਼ ਨਾਟ ਇਕੁਅਲ ਟੂ ਤੁਹਾਡਾ ਸਕਸੈਸਫੁਲ ਹੋਣਾ। ਤੁਹਾਡਾ ਸਕਸੈਸਫੁਲ ਹੋਣਾ ਤੁਹਾਡੀ ਬੋਲਚਾਲ, ਸੁਣਨ ਦੇ ਸਕਿੱਲ ਐਂਡ ਜਿਹੜਾ ਇੰਗਲਿਸ਼ ਦੇ ਕੰਪੋਨੈਂਟ ਹੁੰਦੇ ਆ ਉਹਨੂੰ ਤੁਸੀਂ ਕਿਵੇਂ ਵਰਤਦੇ ਹੋ ਉੱਥੇ ਕੰਮ ਦੇ ਵਿੱਚ, ਉਹ ਡਿਪੈਂਡ ਕਰਦਾ। ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ ਇੱਥੇ, ਬੰਦੇ ਕਹਿੰਦੇ ਉੱਥੇ ਕੰਮ ਨਹੀਂ ਹੈਗਾ, ਕੰਮ ਨਹੀਂ ਹੈਗਾ। ਕਈ ਵਾਰ ਸੁਣਨ ਨੂੰ ਆਏਗਾ ਤੁਹਾਨੂੰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ, ਮੈਂ ਇੱਕੋ ਚੀਜ਼ ਪੁੱਛਣਾ, ਇੰਗਲਿਸ਼ ਕਿੰਨੀ ਹੈ ਕਾਕਾ ਜੀ ਦੀ? ਬਸ ਬੋਲ ਲੈਂਦੇ ਆ। ਹੁਣ ਜਦ ਬਸ ਬੋਲ ਹੀ ਲੈਂਦੇ ਆ ਤਾਂ ਕੰਮ ਤਾਂ ਉਹ ਮਿਲੂਗਾ ਜਿੱਥੇ, ਜਾਂ ਕੰਮ ਤਾਂ ਉਹ ਲਊਂਗਾ ਜਿੱਥੇ ਮੈਨੂੰ ਇੰਗਲਿਸ਼ 'ਚ ਗੱਲਬਾਤ ਨਾ ਕਰਨੀ ਪਵੇ। ਫੋਰ ਐਗਜ਼ਾਮਪਲ ਖੇਤਾਂ ਦੇ ਵਿੱਚ ਫਰੂਟ ਕੱਟਣੇ, ਸਬਜ਼ੀਆਂ ਕੱਟਣੀਆਂ, ਮੈਨੂੰ ਗੱਲ ਕਰਨ ਦੀ ਲੋੜ ਨਹੀਂ, ਮੈਨੂੰ ਤਾਂ ਦਿਹਾੜੀ ਤੇ ਕੁਝ ਵੀ ਦੇ ਦਿਓ। ਹੁਣ ਉਹ ਆਪਸ਼ਨ ਜਿਹੜੀ ਹੈ ਕੰਮ ਦੀ, ਉਹ ਲਿਮਿਟਿਡ ਹੈ ਜਾਂ ਉਸ 'ਚ ਐਕਸਪਲੋਇਟੇਸ਼ਨ ਹੈ। ਹੁਣ ਇੱਕ ਦੂਜਾ ਕੰਮ ਆ ਗਿਆ ਜਿੱਥੇ ਤੁਹਾਡੇ ਇੰਗਲਿਸ਼ ਦੇ ਸਕਿੱਲ ਬੜੇ ਵਧੀਆ ਨੇ, ਤੁਸੀਂ ਬੋਲ ਬਹੁਤ ਵਧੀਆ ਸਕਦੇ ਹੋ, ਓਵਰ ਦਾ ਕਾਊਂਟਰ ਜੌਬ, ਉੱਥੇ ਗਰੋਥ ਤੈਅ ਹੈਗੀ ਹੈ, ਕਿਉਂਕਿ ਤੁਹਾਡੀ ਪਬਲਿਕ ਸਪੀਕਿੰਗ ਆਪਣੀ ਡਿਵੈਲਪ ਹੁੰਦੀ ਹੈ ਐਂਡ ਤੁਸੀਂ ਗੱਲਾਂ ਬਾਤਾਂ ਕਰਕੇ ਗਰੋਥ ਕਰਦੇ ਹੋ। ਕਿੰਨੇ ਕੁ ਬੰਦਿਆਂ ਨੂੰ ਜਿਹੜੇ ਤੁਹਾਡੇ ਦਿਹਾੜੀ ਵਾਲੇ ਮਜ਼ਦੂਰ ਹੋਣਗੇ, ਤੁਸੀਂ ਉਹਨੂੰ ਮਜ਼ਦੂਰੀ ਕਰਨ ਦੇ ਕਿੰਨੇ ਕੁ ਸੈਲਰੀ ਰੇਜ਼ ਦੇ ਦਿੰਦੇ ਹੋ ਸਾਲ ਬਾਅਦ। ਵੇਅਰਐਜ਼ ਇੱਕ ਪੜ੍ਹਿਆ ਲਿਖਿਆ ਬੰਦਾ ਕਿਤੇ ਕੰਮ ਕਰਦਾ, 4 ਲੋਕਾਂ ਨਾਲ ਗੱਲ ਕਰਦਾ, ਉਹਦੀ ਤਰੱਕੀ ਹੋਣੀ ਤੈਅ ਹੈ। ਤਾਂ ਇੰਗਲਿਸ਼ ਦਾ ਇੰਨਾ ਕੁ ਇੰਪੋਰਟੈਂਸ ਹੈ, ਜਿਹਨੂੰ ਸਮਝ ਆ ਗਿਆ ਉਹਦੀ ਬੱਲੇ ਬੱਲੇ, ਨਹੀਂ ਤਾਂ ਫਿਰ ਆਪਣੇ ਜਿਵੇਂ ਚੱਲਦਾ ਪਿਆ ਚੱਲ ਹੀ ਰਹੇ ਸਾਰੇ। ਜੀ ਬਿਲਕੁਲ, ਹਮੇਸ਼ਾ ਵੈਸੇ ਅਸੀਂ ਇਹੀ ਦੇਖਦੇ ਹਾਂ ਕਿ ਸ਼ੋਅ ਦੇ ਵਿੱਚ ਸਾਨੂੰ ਕਈ ਸਵਾਲ ਆਉਂਦੇ ਆ ਅਲੱਗ-ਅਲੱਗ, ਪਰ ਹਰ ਕਿਸੇ ਦਾ ਇਹੀ ਹੁੰਦਾ ਕਿ ਅਸੀਂ ਵਿਦਆਊਟ ਆਇਲਸ ਚਲੇ ਜਾਈਏ, ਜਦਕਿ ਉਹਨਾਂ ਨੇ ਜਾਣਾ ਇੰਗਲਿਸ਼ ਕੰਟਰੀ ਵਿੱਚ ਹੁੰਦੀ, ਫਿਰ ਵੀ ਉਹ ਘਬਰਾਉਂਦੇ ਨੇ ਉਸ ਤੋਂ। ਬਿਲਕੁਲ ਬਿਲਕੁਲ ਜੀ ਬਿਲਕੁਲ। ਸੋ ਇੰਗਲਿਸ਼ ਨੂੰ ਹਊਆ ਨਾ ਸਮਝ ਕੇ ਅਗਰ ਤੁਸੀਂ ਸੋਚਿਆ ਕਿ ਅਸੀਂ ਇੰਗਲਿਸ਼ ਕੰਟਰੀ ਜਾਣਾ, ਤਾਂ ਉਹ ਸਭ ਤੋਂ ਪਹਿਲਾਂ ਤੁਹਾਨੂੰ ਉਹ ਲੈਂਗੁਏਜ ਹੀ ਸਿੱਖਣੀ ਪਏਗੀ ਤਾਂ ਕਿ ਤੁਸੀਂ ਉੱਥੇ ਜਾ ਕੇ ਕਮਿਊਨੀਕੇਟ ਕਰ ਸਕੋ। ਅਗਲੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਹਨਾਂ ਨੇ BCom ਕੀਤੀ ਹੈ 2014 ਦੇ ਵਿੱਚ, ਔਰ 12th ਵਿੱਚ ਇਹਨਾਂ ਦੇ ਇੰਗਲਿਸ਼ ਵਿੱਚ 78% ਮਾਰਕਸ ਨੇ। 2015 ਤੋਂ ਇਹ ਜੌਬ ਕਰ ਰਹੇ ਨੇ ATMC ਐਜੂਕੇਸ਼ਨ ਗਰੁੱਪ ਵਿੱਚ ਨਿਊ ਦਿੱਲੀ ਵਿੱਚ, ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ 6 ਸਾਲ ਦਾ ਐਕਸਪੀਰੀਅੰਸ ਹੈ ਜੌਬ ਦਾ, ਔਰ ਇਹਨਾਂ ਦੇ ਜੌਬ ਵਿੱਚ ਇੰਗਲਿਸ਼ ਵੀ ਯੂਜ਼ ਹੁੰਦੀ ਹੈ ਕਮਿਊਨੀਕੇਸ਼ਨ ਦੇ ਲਈ। ਔਰ ਇਹ ਪੁੱਛ ਰਹੇ ਨੇ ਕਿ ਮੈਂ ਵਿਦਆਊਟ ਆਇਲਸ UK ਲਈ ਅਪਲਾਈ ਕਰ ਸਕਦਾ? ਦਾ ਆਨਸਰ ਇਜ਼ ਯੈਸ, ਕਰ ਸਕਦੇ ਹੋ ਜੀ, ਕਿਉਂਕਿ ਤੁਹਾਡਾ ਇੱਕ ਪੁਆਇੰਟ ਤੁਸੀਂ ਲਿਖਿਆ ਆਪਣੀ ਕੁਐਰੀ ਦੇ ਵਿੱਚ, ਤੁਹਾਡੀ ਜੌਬ ਦੇ ਵਿੱਚ ਇੰਗਲਿਸ਼ ਵਰਤੀ ਜਾਂਦੀ ਹੈ। ਹੁਣ ਉਹ ਬੋਲਣ ਵਾਲੀ ਵੀ ਹੋ ਸਕਦੀ ਹੈ, ਈਮੇਲਸ ਤੇ ਵੀ ਹੋ ਸਕਦੀ ਹੈ, ਜਾਂ ਹੋਰ ਕਿਸੇ ਤਰੀਕੇ ਨਾਲ ਹੋ ਸਕਦੀ ਹੈ। ਐਜੂਕੇਸ਼ਨ ਗਰੁੱਪ ਨਾਲ ਕੰਮ ਕਰਦੇ ਪਏ ਹੋ ਤਾਂ ਆਈ ਐਮ ਅਸਿਊਮਿੰਗ ਤੁਹਾਡਾ ਬੜੇ ਜ਼ਿਆਦਾ ਮਤਲਬ ਵਿਦੇਸ਼ਾਂ ਦੇ ਕਾਲਜਸ ਨਾਲ ਜਾਂ ਕਿਸੇ ਜੋ ਵੀ ਤੁਹਾਡਾ ਕਾਰੋਬਾਰ ਹੈ ਉਸ 'ਚ ਪੈਂਦਾ ਹੋਏਗਾ, ਤਾਂ ਇੰਗਲਿਸ਼ ਇੱਕ ਮੋਡ ਆਫ ਕਮਿਊਨੀਕੇਸ਼ਨ ਹੈ। ਤੁਸੀਂ ਇਹ ਸਾਰਾ ਕੁਝ ਆਪਣੇ ਸਟੇਟਮੈਂਟ ਆਫ ਪਰਪਸ 'ਚ ਲਿਖ ਕੇ ਐਕਸਪਲੇਨ ਕਰ ਸਕਦੇ ਹੋ। ਪਲੱਸ ਤੁਹਾਡੇ +2 ਦੇ ਵਿੱਚ ਪਰਸੈਂਟੇਜ 60-70% ਹੈਗੀ ਹੈ CBSE ਤੋਂ, ਦੈਨ ਯੈਸ ਵਿਦਆਊਟ ਆਇਲਸ ਤੁਸੀਂ UK ਅਪਲਾਈ ਡੈਫੀਨੇਟਲੀ ਕਰ ਸਕਦੇ ਹੋ। ਦੇਖੋ UK ਐਜੂਕੇਸ਼ਨ ਸਿਸਟਮ ਇੰਨਾ
ਫਲੈਕਸੀਬਲ ਹੈ ਜੀ ਜੀ ਕਿਉਂਕਿ ਉੱਥੇ ਟ੍ਰੈਡੀਸ਼ਨਲ ਮਾਡਰਨ ਯੂਨੀਵਰਸਿਟੀਜ਼ ਦਾ ਮਿਕਸਚਰ ਹੈਗਾ। ਜੀ 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 ਟ੍ਰੈਡੀਸ਼ਨਲ ਯੂਨੀਵਰਸਿਟੀਜ਼ ਅੱਜ ਵੀ ਲੌਜਿਕ ਤੇ ਚੱਲਦੀਆਂ ਨੇ ਜੋ ਪੜ੍ਹਾਈ ਵਾਲੀਆਂ ਹੁੰਦੀਆਂ ਨੇ। ਜੀ ਮਾਡਰਨ ਯੂਨੀਵਰਸਿਟੀ ਦਾ ਸਿੰਪਲ ਪ੍ਰੋਟੋਕਾਲ ਹੁੰਦੇ ਆ ਕੀਤਾ ਤੇ ਐਡਮਿਸ਼ਨ ਦਵਾਂਗੇ, ਆ ਨਹੀਂ ਕੀਤਾ ਤਾਂ ਐਡਮਿਸ਼ਨ ਨਹੀਂ ਦਵਾਂਗੇ ਐਂਡ ਸੋ ਔਨ। ਬਟ ਆਨਸਰ ਟੂ ਯੂਰ ਕੁਐਸਚਨ ਇਜ਼ ਯੈਸ, ਡੈਫੀਨਿਟਲੀ ਯੂ ਕੈਨ ਅਪਲਾਈ ਫॉर ਯੂਕੇ ਇਨ ਦਾ ਅਪਕਮਿੰਗ ਇਨਟੇਕ ਕਿਸੇ ਵੀ ਮਾਸਟਰਸ ਕੋਰਸ ਵਾਸਤੇ। ਜੀ 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 ਬਿਲਕੁਲ। ਤੇ ਅਗਲੀ ਪ੍ਰੋਫਾਈਲ ਜਿਹੜੀ ਹੈ ਇਹਨਾਂ ਨੇ ਬੈਚਲਰ ਆਫ ਸਾਇੰਸ ਇਨ ਨਰਸਿੰਗ ਕੀਤੀ ਹੈ 2012 ਵਿੱਚ। ਆਇਲਸ ਵਿੱਚ ਓਵਰਆਲ ਸਕੋਰ 6 ਹੈ, 2 ਵਿੱਚ 5.5 ਹੈ ਔਰ 2013 ਤੋਂ ਲੈ ਕੇ ਹੁਣ ਤੱਕ ਇਹ ਮਤਲਬ ਅਲੱਗ-ਅਲੱਗ ਹਸਪੀਟਲਸ ਵਿੱਚ, ਪ੍ਰਾਈਵੇਟ ਹਸਪੀਟਲਸ ਵਿੱਚ ਜੌਬ ਕਰ ਰਿਹਾ ਐਜ਼ ਅ ਸਟਾਫ ਨਰਸ ਐਂਡ ਕੋਆਰਡੀਨੇਟਰ। ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਮੈਂ ਆਸਟ੍ਰੇਲੀਆ ਲਈ ਅਪਲਾਈ ਤਾਂ ਕਰਨਾ ਚਾਹੁੰਦੀ ਹਾਂ ਪਰ ਮੇਰੇ ਬੈਂਡ ਸਕੋਰ ਜੋ ਹੈ ਘੱਟ ਹੈ, ਕਿ ਮੇਰੇ ਕੋਲ ਕੋਈ ਸੈਕਿੰਡ ਆਪਸ਼ਨ ਹੈ ਜੋ ਮੇਰੀ ਪ੍ਰੋਫਾਈਲ ਨੂੰ ਸੂਟ ਕਰਦੀ ਹੈ। ਵੈਲ ਚਲੋ ਇਹ ਤਾਂ ਮੰਨਦੇ ਨੇ ਬੈਂਡ ਸਕੋਰ ਘੱਟ ਹੈ ਤੇ ਪੜਾਸ ਕੱਢਣ ਲਈ ਹਾਂ ਸੁਣਨ ਦੀ ਵੇਟ ਨਹੀਂ ਕਰਦੇ ਪਏ। ਤਾਂ ਡੈਫੀਨਿਟਲੀ ਅਸੀਂ ਦੇਖੋ ਇੱਕ ਨਰਸਿੰਗ ਇੱਕ ਇਹੋ ਜਿਹਾ ਆਕੂਪੇਸ਼ਨ ਹੈ ਜਿਹੜਾ ਹਰ ਟਾਈਮ ਹਰ ਜਗ੍ਹਾ ਡਿਮਾਂਡ 'ਚ ਹੁੰਦਾ ਹੈ, ਹਰ ਟਾਈਮ ਹਰ ਜਗ੍ਹਾ। ਜਿਹੜਾ ਮਰਜ਼ੀ ਦੇਸ਼ ਚੱਕ ਲਓ ਉੱਥੇ ਤੁਹਾਨੂੰ ਨਰਸਿੰਗ ਦੇ ਆਕੂਪੇਸ਼ਨ ਪ੍ਰੋਫੈਸ਼ਨ ਜੌਬਸ ਬਹੁਤ ਜ਼ਿਆਦਾ ਮਿਲ ਜਾਣਗੇ। ਦ ਓਨਲੀ ਥਿੰਗ ਇਜ਼ ਮੈਨੂੰ ਉਹਨਾਂ ਦੇ ਲੈਂਗੁਏਜ ਦੇ ਪੈਰਾਮੀਟਰ ਜਿਹੜੇ ਆਸ ਤੋਂ ਅਪਰੂਵ ਹੁੰਦੇ ਨੇ ਉਹ ਕਰਨੇ ਪੈਣਗੇ ਟੂ ਗੈਟ ਰਜਿਸਟਰਡ ਜੀ ਜੀ ਉੱਥੇ ਦੇ ਨਰਸਿੰਗ ਕਾਉਂਸਲ ਦੇ ਵਿੱਚ। ਜੀ ਜੀ ਵੈਰਐਜ਼ ਪੈਰਲਲ ਜਿਹੜੇ ਆਪਸ਼ਨਸ ਅਵੇਲੇਬਲ ਹੁੰਦੇ ਨੇ ਨਰਸਿੰਗ ਕੋਲ, ਜੇ ਆਸ ਸਕੋਰ ਨਹੀਂ ਆ ਪਾਉਂਦਾ ਜਾਂ ਪੀਟੀ ਦੇ ਵਿੱਚ ਉਹ ਡਿਜ਼ਾਇਰੇਬਲ ਸਕੋਰ ਨਹੀਂ ਲੈ ਪਾਉਂਦੇ ਤਾਂ ਪਬਲਿਕ ਹੈਲਥ ਦੇ ਬਹੁਤ ਸਾਰੇ ਕੋਰਸਿਸ ਹੁੰਦੇ ਨੇ। ਠੀਕ ਹੈ। ਇਨਫੈਕਸ਼ਨ ਕੰਟਰੋਲ 'ਚ ਮਾਸਟਰਸ ਹੁੰਦੀਆਂ ਜੋ ਤੁਹਾਨੂੰ ਕਲੀਨਿਕਲ ਨਰਸ ਨਾ ਬਣਾ ਕੇ ਜੈਨਰਿਕ ਤੁਹਾਨੂੰ ਇੱਕ ਕੁਆਲੀਫਿਕੇਸ਼ਨ ਦਿੰਦੀਆਂ ਨੇ ਐਡੀਸ਼ਨਲ। ਜਿਵੇਂ ਇੰਡੀਅਨ ਨਰਸਿੰਗ ਕਾਉਂਸਲ ਵੀ ਤੁਹਾਨੂੰ ਰਜਿਸਟ੍ਰੇਸ਼ਨ ਦੀਆਂ ਤਾਂ ਆਈ ਥਿੰਕ 4 ਜਾਂ 5 ਕੁਆਲੀਫਿਕੇਸ਼ਨ ਹੀ ਮਿਲਦੀਆਂ ਨੇ, ANM GNM BSc ਟਾਪ ਅਪ ਐਂਡ ਸੋ ਔਨ। ਬਟ ਉਸ ਤੋਂ ਇਲਾਵਾ ਐਡੀਸ਼ਨਲ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਦਿੰਦੀਆਂ ਨੇ, ਤਕਰੀਬਨ ਆਈ ਬਿਲੀਵ 19 ਜਾਂ 20 ਜੀ ਜੀ ਪੋਸਟ ਗ੍ਰੈਜੂਏਟ ਡਿਪਲੋਮਾਸ ਇਨ ਡਿਫਰੈਂਟ ਐਡੀਸ਼ਨਲ ਕੁਆਲੀਫਿਕੇਸ਼ਨ ਹੈ ਤੁਹਾਡੀਆਂ। ਉਸੇ ਤਰੀਕੇ ਨਾਲ ਇਹੋ ਜਿਹੇ ਐਡੀਸ਼ਨਲ ਕੁਆਲੀਫਿਕੇਸ਼ਨ ਤੁਹਾਨੂੰ ਬਾਹਰਲੇ ਮੁਲਕਾਂ 'ਚ ਵੀ ਮਿਲ ਜਾਣਗੇ। ਠੀਕ ਹੈ। ਪਰ ਉਹ ਤੁਹਾਨੂੰ RN ਨਹੀਂ ਬਣਾਉਣਗੇ। ਹਾਊਐਵਰ ਹੈਲਥ ਡਿਪਾਰਟਮੈਂਟ ਦੇ ਵਿੱਚ ਹੈਲਥ ਫੈਸਿਲਿਟੀ ਦੇ ਅੰਡਰ ਰੱਖਣਗੇ ਤਾਂ ਕਿ ਤੁਹਾਡੇ ਕੋਲ ਜੌਬ ਦਾ ਆਪਸ਼ਨਸ ਬਹੁਤ ਵੱਧ ਜਾਣ। ਤਾਂ ਆਪਣੀ ਪ੍ਰੋਫਾਈਲ ਤੁਸੀਂ ਯੂਕੇ ਵਾਸਤੇ ਡੈਫੀਨਿਟਲੀ ਕਰ ਸਕਦੇ ਹੋ ਕਿਉਂਕਿ 5.5 ਹੈ। ਕੈਨੇਡਾ ਮੈਂ ਇਸ ਲਈ ਰਾਏ ਨਹੀਂ ਦੇ ਰਿਹਾ ਕਿਉਂਕਿ ਉੱਥੇ ਕਿਤੇ ਨਾ ਕਿਤੇ ਰਿਜੈਕਸ਼ਨ ਚਾਂਸਸ ਜ਼ਿਆਦਾ ਹੋਣਗੇ। ਓਕੇ ਓਕੇ ਜੀ। ਤੇ ਮੈਂ ਇੱਥੇ ਥੋੜਾ ਜਿਹਾ ਜਾਣਨਾ ਚਾਹੂੰਗੀ, ਅਗਰ ਆਪਾਂ ਪਹਿਲਾਂ ਦੇਖੀਏ ਤਾਂ ਆਸਟ੍ਰੇਲੀਆ ਵਿੱਚ ਨਰਸਿੰਗ ਸਟੂਡੈਂਟਸ ਨੂੰ ਕਾਫੀ ਵਧੀਆ ਵੈਲਕਮ ਕੀਤਾ ਜਾ ਰਿਹਾ ਤੇ ਮੈਂ ਉਹਨਾਂ ਦਾ ਰਿਕੁਆਇਰਮੈਂਟ ਜ਼ਰੂਰ ਇੱਥੇ ਜਾਣਨਾ ਚਾਹਾਂਗੀ ਆਇਲ ਸਕੋਰ ਦੀ ਔਰ ਓਵਰਆਲ। ਵੈਸੇ ਦੇਖੋ ਆਸਟ੍ਰੇਲੀਆ ਦੇ ਵਿੱਚ ਜਿਵੇਂ ਆਪਣੇ ਇੱਥੇ ਇੰਡੀਅਨ ਨਰਸਿੰਗ ਕਾਉਂਸਲ ਹੈ, ਉੱਥੇ NMAC ਹੈ, ਆਸਟ੍ਰੇਲੀਅਨ ਨਰਸਿੰਗ ਮਿਡਵਾਈਫਰੀ ਐਡਵਾਈਜ਼ਰੀ ਕਾਉਂਸਲ, ਜਿਹਨੂੰ ਅਫਰਾ ਕਰਕੇ ਇੱਕ ਬੋਡੀ ਉਹ ਦੇਖਦੀ ਹੈ। ਉਹਨਾਂ ਦੀ ਪਹਿਲੀ ਰਿਕੁਆਇਰਮੈਂਟ ਹੀ IELTS 7 ਈਚ ਦੀ ਹੈਗੀ ਹੈ। 7 ਓਵਰਆਲ 7 ਈਚ। ਤੁਹਾਡੇ ਕੋਲ 7 ਓਵਰਆਲ 7 ਈਚ ਹੈ ਜਾਂ OET ਜਿਹੜੇ ਟੈਸਟ ਸੁਣੇ ਹੋਣੇ ਲੋਕਾਂ ਨੇ ਉਹ ਹੈਗੇ ਇੱਕ ਸਰਟਨ ਲੈਵਲ ਦੇ ਉੱਤੇ, ਤਾਂ ਤੁਸੀਂ ਉੱਥੇ ਰਜਿਸਟ੍ਰੇਸ਼ਨ ਲੈ ਸਕਦੇ ਹੋ ਇੱਕ ਸਾਲ ਦੀ ਕੋਰਸ ਪੜ੍ਹਾਈ ਕਰਕੇ, ਜਿਹਨੂੰ ਆਪਾਂ ਕਨਵਰਜਨ ਕੋਰਸ ਕਹਿੰਦੇ ਆ ਅੱਜ ਦੀ ਡੇਟ ਦੇ ਵਿੱਚ। ਜਿਹੜੇ ਉੱਥੇ ਬੱਚੇ ਕਈਆਂ ਦੇ ਘਰੋਂ ਗਏ ਹੋਏ ਆ ਉਹ ਗਏ ਹੋਣਗੇ RN ਪ੍ਰੋਗਰਾਮ ਦੇ ਵਿੱਚ, IRON। ਇਹ ਵੀ ਕਨਵਰਜਨ ਕੋਰਸ ਹੁੰਦਾ ਸੀ 6 ਮਹੀਨਿਆਂ ਦਾ। ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਐਡਲੇਡ ਦੇ ਵਿੱਚ ਬੜਾ ਕਰਾਇਆ ਜਾਂਦਾ ਸੀ। ਲਟਰੋਬ ਯੂਨੀਵਰਸਿਟੀ ਮੈਲਬਨ ਦੇ ਵਿੱਚ ਹੈ, ਸਦਰਨ ਕ੍ਰਾਸ ਯੂਨੀਵਰਸਿਟੀ ਗੋਲਡ ਕੋਸਟ ਦੇ ਵਿੱਚ ਇਹ ਪ੍ਰੋਗਰਾਮ ਮਿਲ ਜਾਣਗੇ। ਇੱਕ ਸਾਲ ਦੇ BSc ਨਰਸਿੰਗ ਟਾਪ ਅਪ ਔਰ ਪੋਸਟ ਰਜਿਸਟ੍ਰੇਸ਼ਨ ਕੋਰਸਿਸ ਤੁਹਾਨੂੰ ਜਿਹੜੇ ਰਜਿਸਟ੍ਰੇਸ਼ਨ ਕਰਵਾਉਂਦੇ ਨੇ। ਬਟ 7 ਈਚ ਦੀ ਰਿਕੁਆਇਰਮੈਂਟ ਹਮੇਸ਼ਾ ਰਹੇਗੀ ਚਾਰੋਂ ਮੋਡਿਊਲ ਦੇ ਵਿੱਚ। ਤੁਹਾਡੇ ਕੋਲ 7 ਈਚ ਹੈ, ਅੱਖਾਂ ਬੰਦ ਕਰਕੇ ਆਸਟ੍ਰੇਲੀਆ ਚੱਲੋ ਕਿਉਂਕਿ ਉਹ ਗਾਰੰਟਿਡ ਤੁਹਾਨੂੰ RN ਬਣਾਉਣਗੇ ਹੀ ਬਣਾਉਣਗੇ ਤੇ ਜੌਬ ਬਹੁਤ ਹੀ ਵਧੀਆ ਨੇ। ਜੀ ਬਿਲਕੁਲ। ਤੇ ਇਹ ਸਾਰੀ ਜਾਣਕਾਰੀ ਨੂੰ ਜ਼ਰੂਰ ਧਿਆਨ ਨਾਲ ਸੁਣਦੇ ਰਿਹਾ ਕਰੋ। ਬਾਰ-ਬਾਰ ਮੈਂ ਇਹ ਗੱਲ ਤਾਂ ਹੀ ਕਹਿੰਦੀ ਹਾਂ ਕਿ ਇਹ ਖਾਸ ਗੱਲਾਂ ਨੇ ਤਾਂ ਕਿ ਤੁਹਾਨੂੰ ਆਪਣੀ ਪ੍ਰੋਫਾਈਲ ਬਾਰੇ ਸਟਰੋਂਗ ਪੁਆਇੰਟਸ ਪਤਾ ਚੱਲਣ ਕਿ ਜਿਸ ਤਰੀਕੇ ਨਾਲ ਅਸੀਂ ਡਿਸਕਸ ਕਰਦੇ ਹਾਂ ਤੁਸੀਂ ਆਪਣੀ ਪ੍ਰੋਫਾਈਲ ਵੀ ਜ਼ਰੂਰ ਮੈਚ ਕਰਦੇ ਰਿਹਾ ਕਰੋ, ਡਿਸਕਸ ਜ਼ਰੂਰ ਕਰ ਲਿਓ। ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਜੋ ਬ੍ਰਾਂਚਿਸ ਦੀ ਡਿਟੇਲ ਵੀ ਲਗਾਤਾਰ ਚੱਲ ਰਹੀ ਹੈ ਕਿ ESS ਗਲੋਬਲ ਦੇ ਕਿੱਥੇ-ਕਿੱਥੇ ਆਫਿਸ ਨੇ, ਤਾਂ ਕਿ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ। ਡਾਕੂਮੈਂਟਸ ਦੇਖ ਕੇ ਕਈ ਚੀਜ਼ਾਂ ਜੋ ਹੈ ਨਵੀਆਂ ਤੁਹਾਨੂੰ ਪਤਾ ਲੱਗ ਸਕਦੀਆਂ ਜੋ ਤੁਹਾਨੂੰ ਨਹੀਂ ਪਤਾ। ਇੱਕ ਚੰਗਾ ਕੰਸਲਟੈਂਟ ਤੁਹਾਡੇ ਡਾਕੂਮੈਂਟਸ ਦੇਖ ਕੇ ਤੁਹਾਨੂੰ ਗਾਈਡ ਕਰ ਸਕਦਾ ਹੈ ਕਿ ਕਿਹੜੀਆਂ ਬੈਸਟ ਆਪਸ਼ਨਸ ਤੁਹਾਡੇ ਲਈ ਹਾਲੇ ਵੀ ਅਵੇਲੇਬਲ ਨੇ। ਅਗਲੀ ਪ੍ਰੋਫਾਈਲ ਡਿਸਕਸ ਕਰ ਲਾਂ, ਹਾਲਾਂਕਿ ਸਮਾਂ ਸਾਡੇ ਕੋਲ ਥੋੜਾ ਰਹਿ ਗਿਆ। ਪ੍ਰੋਫਾਈਲ ਸਾਡੇ ਕੋਲ ਬਹੁਤ ਸਾਰੀਆਂ ਆਈਆਂ ਹੋਈਆਂ। ਇਹਨਾਂ ਨੇ BCom ਕੀਤੀ ਹੈ 46% ਮਾਰਕਸ ਦੇ ਨਾਲ 2016 ਦੇ ਵਿੱਚ। IELTS ਵਿੱਚ ਓਵਰਆਲ ਸਕੋਰ ਇਹਨਾਂ ਦਾ 6 ਹੈ, ਇੱਕ 'ਚ 6.5 ਵੀ ਨੇ ਔਰ ਇੱਕ 'ਚ 5.5 ਵੀ ਹੈ। ਔਰ ਇਹ ਪੁੱਛ ਰਹੇ ਨੇ ਕਿ ਅਗਰ ਮੈਂ UK ਲਈ ਅਪਲਾਈ ਕਰਾਂ ਤਾਂ ਮੇਰਾ ਉੱਥੇ ਕੀ ਸਕੋਪ ਹੈ। ਔਰ ਤਾਂ ਅੰਦਾਜ਼ਾ ਨਾਲ ਹੀ ਕਿ ਇਹ ਪ੍ਰਾਈਵੇਟ ਸਕੂਲ ਦੇ ਵਿੱਚ ਐਜ਼ ਅ ਅਕਾਊਂਟੈਂਟ ਅਸਿਸਟੈਂਟ ਕੰਮ ਵੀ ਕਰ ਰਹੇ ਨੇ 2016 ਤੋਂ ਲੈ ਕੇ ਹੁਣ ਤੱਕ। ਓਕੇ, ਹੁਣ ਇਹ ਉਹ ਪ੍ਰੋਫਾਈਲਾਂ ਨੇ ਜਿਹੜੇ ਕਿ ਅੱਜ ਕਾਉਂਸਲਿੰਗ ਕਰਾਉਣ ਜਾਣਗੀਆਂ। ਆਮ ਤੌਰ ਤੇ ਕਾਉਂਸਲਿੰਗ ਸਿੰਗਾਪੁਰ, ਸਾਈਪਰਸ ਇਹੋ ਜਿਹੇ ਕੰਟਰੀਆਂ ਦੀ ਹੁੰਦੀ ਕਿਉਂਕਿ ਪਰਸੈਂਟੇਜ ਬੜਾ ਘੱਟ ਹੈ, ਜਾਂ ਪੜਾਸ ਕੱਢਣ ਨੂੰ ਕੈਨੇਡਾ ਵਿੱਚ ਕਿਸੇ ਵੀ ਡਿਪਲੋਮੇ ਕੋਰਸ ਵਿੱਚ ਅਪਲਾਈ ਕਰਾ ਦਿੱਤਾ ਜਾਣਗੇ। ਹਾਊਐਵਰ ਇੱਕ ਕੰਟਰੀ ਜਦ ਵੀ ਤੁਸੀਂ ਅਪਲਾਈ ਕਰਦੇ ਹੋ ਤੁਸੀਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਸਮਝਣਾ ਬੜਾ ਜ਼ਰੂਰੀ ਹੈ। ਕਿਹੜਾ ਪਰਸੈਂਟੇਜ, ਕਿਹੜੀ ਯੂਨੀਵਰਸਿਟੀ, ਕੀ ਕੁਆਲੀਫਿਕੇਸ਼ਨ। ਆਪਣੇ UK ਦੇ ਵਿੱਚ ਐਕਸਟੈਂਡਡ ਮਾਸਟਰ ਡਿਗਰੀ, ਪ੍ਰੀ ਮਾਸਟਰਸ, PQP ਪ੍ਰੋਗਰਾਮ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਤਿੰਨੋਂ ਜਗ੍ਹਾ ਅਵੇਲੇਬਲ ਨੇ ਜਿਹੜੇ ਤੁਹਾਨੂੰ ਲੋ ਪਰਸੈਂਟੇਜ ਹੋਣ ਦੇ ਬਾਵਜੂਦ ਵੀ
ਆਪਣੇ 6 ਮਹੀਨੇ ਦੇ ਕ੍ਰੈਸ਼ ਕੋਰਸ ਦੇ ਵਿੱਚ ਔਰ 4 ਮਹੀਨੇ ਦੇ ਪ੍ਰੀ ਮਾਸਟਰਸ ਕੋਰਸ ਦੇ ਵਿੱਚ ਜਾਂ ਤੁਹਾਡੀ ਡਿਗਰੀ 18 ਮਹੀਨੇ ਦੀ ਹੋ ਜਾਂਦੀ ਹੈ ਜਾਂ 16 ਮਹੀਨੇ ਦੀ ਹੋ ਜਾਂਦੀ ਹੈ, ਡਿਪੈਂਡ ਕਿਹੜੀ ਯੂਨੀਵਰਸਿਟੀ ਜਾਂਦੇ ਹੋ। ਯੂਕੇ 'ਚ ਬਹੁਤ ਸਾਰੀ ਯੂਨੀਵਰਸਿਟੀਜ਼ ਅਵੇਲੇਬਲ ਨੇ ਜਿਹੜੀ ਐਕਸਟੈਂਡਡ ਮਾਸਟਰ ਤੁਹਾਨੂੰ ਐਡਮਿਸ਼ਨ ਦੇ ਦੇਗੀ। ਯੂਕੇ ਇਸ ਲਈ ਕਿਉਂਕਿ 5.5 ਬੈਂਡ 2 ਨੇ, ਆਸਟ੍ਰੇਲੀਆ ਨਹੀਂ ਕਰਨਾ ਕਿਉਂਕਿ PQP ਪਲੱਸ ਮਾਸਟਰਸ 5.5 ਬੈਂਡ 2 ਦੇ ਵਿੱਚ ਪ੍ਰੋਬਲਮ ਆਏਗੀ। ਤੁਸੀਂ ਯੂਕੇ ਕਰੋ, ਐਕਸਟੈਂਡਡ ਮਾਸਟਰਸ ਦੇ ਵਿੱਚ ਤੁਹਾਡਾ ਕੋਰਸ 16 ਤੋਂ 18 ਮਹੀਨੇ ਦਾ ਹੋਏਗਾ ਤੇ ਪਰਸੈਂਟੇਜ ਇਜ਼ ਨਾਟ ਐਨ ਇਸ਼ੂ। ਜੀ ਬਿਲਕੁਲ। ਤੇ ਸਾਡੇ ਕੋਲ ਪ੍ਰੋਫਾਈਲਸ ਤਾਂ ਬਹੁਤ ਸਾਰੀਆਂ ਹੋਈਆਂ, ਲੇਕਿਨ ਅਸੀਂ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਪਾ ਰਿਹਾ, ਪਰ ਕੋਸ਼ਿਸ਼ ਕਰਾਂਗੇ ਅਗਲੇ ਸ਼ੋਜ਼ ਵਿੱਚ ਹੋਰ ਪ੍ਰੋਫਾਈਲ ਜ਼ਰੂਰ ਡਿਸਕਸ ਕਰੀਏ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦੇ ਇਜਾਜ਼ਤ। ਧੰਨਵਾਦ।